अस्सलाम वालेकुम ख़वातीन हज़रात, मैं हूँ स्टार अहमद किसान। कल भी हमने प्रोग्राम किया था कनाडा और इंडिया के दरमियान जो इस टेंशन चल रही है उस हवाले से। आज भी उसको ज़रा कंटिन्यू करेंगे और देखेंगे, क्योंकि चीज़ें जो हैं वो थमने की बजाय ज़्यादा ख़राब होती चली जा रही हैं, और दोनों की जो स्टेटमेंट्स हैं इंडिया की तरफ से भी और कनाडा की तरफ से भी, वो काफ़ी सख्ती में उसमें आती जा रही है। और कल हमने देखा था कि मिनिस्ट्री ऑफ एक्सटर्नल अफेयर्स जो MEA है, उनके जो स्पोक्समैन है, उन्होंने भी काफ़ी सख्त बातें की थी। और फिर हमने देखा कि उन्होंने ऐलान कर दिया कि यहाँ से वीज़ा जो इशू हो रहे हैं वो भी बंद कर दिए जा रहे हैं कैनेडियन सिटीजन्स के लिए गोइंग टू इंडिया। तो उसका भी बड़ा ज़बरदस्त इम्पैक्ट पड़ेगा। तो ये सूरत हाल किधर जा रही है, इसका ज़रा तजिया करेंगे। और इन तमाम उमूर पर गुफ्तगू करने के लिए मुझे ज्वाइन कर रहे हैं वैंकूवर से हरप्रीत सिंह साहब, जो कि बहुत ज़बरदस्त सहाफ़ी हैं, जर्नलिस्ट हैं, और टीवी का बैकग्राउंड है उनका, रेडियो भी चलाते हैं, और साथ साथ प्रिंट का भी उनका सिलसिला है। तो मतलब 3 in 1 आपके साथ आज गुफ्तगू करेंगे और उनसे पूछेंगे कि जो सूरत हाल है वो क्या है, और वैंकूवर में खासतौर पे जो कम्युनिटी है वो क्या सोच रही है इस वक्त। इसलिए चलते हैं वैंकूवर और बात करते हैं हरप्रीत सिंह जी से। सत श्री अकाल हरप्रीत जी, की हाल है जी ਤੁਹਾਡਾ? सत श्री अकाल जी, बहुत शुक्रिया, बहुत मेहरबानी स्टार साहब, थैंक यू फॉर हैविंग मी ऑन द शो। बड़ी मेहरबानी जी। हरप्रीत जी ਇਹ ਦੱਸੋ ਕਿ ਅਸੀਂ ਤੇ ਦੇਖ ਰਹੇ ਹਾਂ ਕਿ ਟੈਨਸ਼ਨ ਵੱਧਦੀ ਜਾ ਰਹੀ ਹੈ, ਔਰ ਬਜਾਏ ਇਸ ਦੇ ਕਿ ਥੋੜਾ ਜਿਹਾ ਹਾਲਾਤ ਨੂੰ ਠੀਕ ਕਰਨ ਦੀ ਕੋਸ਼ਿਸ਼ ਹੁੰਦੀ, ਲੇਕਿਨ ਦੋਨਾਂ ਤਰਫੋਂ ਅਸੀਂ ਦੇਖ ਰਹੇ ਹਾਂ ਕਿ ਮਾਮਲਾ ਜਿਹੜੇ ਕਾਫੀ ਖਰਾਬ ਹੋ ਗਏ ਨੇ। ਐਵਨ ਡਾਇਰ ਦੀ ਅੱਜ ਮੈਂ ਸਟੋਰੀ ਪੜ੍ਹ ਰਿਹਾ ਸਾਂ CBC ਤੇ, ਔਰ ਉਹਨੇ ਕਿਹਾ ਜੀ ਕਿ ਸਾਡੇ ਕੋਲ ਤੇ ਸਬੂਤ ਵੀ ਹੈ ਨੇ, ਔਰ ਗਵਰਨਮੈਂਟ ਆਫ ਕੈਨੇਡਾ ਦੇ ਕੋਲ ਸਬੂਤ ਮੌਜੂਦ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਹਿਊਮਨ ਇੰਟੈਲੀਜੈਂਸ ਵੀ ਹੈ, ਸਿਗਨਲ ਇੰਟੈਲੀਜੈਂਸ ਵੀ ਹੈ ਵੇ। ਔਰ ਨਾ ਸਿਰਫ ਇਹ ਸਬੂਤ ਜਿਹੜੇ ਨੇ ਕੈਨੇਡੀਅਨ ਗਵਰਨਮੈਂਟ ਨੇ ਦਿੱਤੇ ਨੇ, ਬਲਕਿ ਜਿਹੜਾ 5 ਆਈਜ਼ ਜਿਹੜੇ ਕੰਟਰੀਜ਼ ਨੇ ਉਹਨਾਂ ਵਿੱਚੋਂ ਇੱਕ ਮੁਲਕ ਜਿਹੜਾ ਇੱਕ ਕੰਟਰੀ ਹੈ, ਉਹਨਾਂ ਨੇ ਇਹ ਸਿਗਨਲ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਦਿੱਤੀ ਹੈ। ਤੇ ਕੀ ਕਹੋਗੇ ਇਹਦੇ ਬਾਰੇ ਜੀ, ਕੀ ਹੋ ਕੀ ਰਿਹਾ? जी सरार साहब, पहली गल तो जी कि ये इशू मैं कहूँगा 2017 तो ही पनप रहा है कि जो प्रधानमंत्री जस्टिन ट्रूडो इंडिया गए सन 2018 ਦੇ ਵਿੱਚ, उस समय भी उन्होंने कोल्ड शोल्डर होया। इन्हों तो पहला भी डॉक्टर मनमोहन सिंह सन इंडिया के प्राइम मिनिस्टर, उन्होंने भी रेज किया सी ये मुद्दा हारपर साहब नाल उस समय जो वो प्राइम मिनिस्टर होया करते सन कि कैनेडा जो है उसदे विच खालिस्तानी एलिमेंट्स नूं तुसीं शह दिंदे हैगे हो। ਤੇ ਉਸ ਸਮੇਂ ਵੀ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਸਾਹਿਬ ਨੇ ਕਿਹਾ ਸੀ ਕਿ ਕੈਨੇਡਾ ਇਜ਼ ਅ ਫ੍ਰੀ ਡੈਮੋਕ੍ਰੈਟਿਕ ਕੰਟਰੀ, ਜਿੱਥੇ ਹਰ ਇੱਕ ਨੂੰ ਚਾਰਟਰ ਆਫ ਫਰੀडम ਐਂਡ ਰਾਈਟਸ ਦੇ ਅੰਡਰ ਉਹਨਾਂ ਕੋਲ ਅਧਿਕਾਰ ਹੈਗਾ ਫਰੀडम ਆਫ ਸਪੀਚ ਦਾ, ਫਰੀडम ਆਫ ਐਕਸਪ੍ਰੈਸ਼ਨ ਦਾ, ਟਿਲ ਦ ਟਾਈਮ ਐਵਰੀਥਿੰਗ ਰਨ ਪੀਸਫੁਲੀ। ਸੋ ਇਹੀ ਸਟੇਟਮੈਂਟ ਜਸਟਿਸ ਸਾਹਿਬ ਜਦੋਂ ਬਣੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਵੀ ਇਹ ਦੇਣੀ ਸ਼ੁਰੂ ਕਰ ਦਿੱਤੀ। ਐਂਡ ਇਹ ਗੱਲਾਂ ਬਾਤਾਂ ਚੱਲੀਆਂ ਰਹੀਆਂ, ਇੰਡੀਆ ਅਕਿਊਜ਼ ਕਰਦਾ ਰਿਹਾ ਕੈਨੇਡਾ ਕਿ ਕੈਨੇਡਾ ਦੇ ਵਿੱਚ ਖਾਲਿਸਤਾਨੀ ਐਲੀਮੈਂਟਸ ਸਾਨੂੰ ਰਾਈਟ ਕਰੋ, ਪਰ ਕੁਝ ਨਹੀਂ ਹੋਇਆ। ਫਾਈਨਲੀ ਹੁਣ ਜਦੋਂ G20 ਮੀਟਿੰਗ ਹੋਈ ਤਾਂ ਉੱਥੇ ਦੁਨੀਆ ਭਰ ਦੇ ਜਿਹੜੇ ਟੌਪ ਲੀਡਰ ਸਨ ਉੱਥੇ ਆਏ ਹੋਏ ਸਨ, ਪਰ ਉੱਥੇ ਵੀ ਮੀਡੀਆ ਦੇ ਵਿੱਚ ਇਹ ਗੱਲਾਂ ਕਾਫੀ ਪਨਪੀਆਂ ਕਿ ਜਸਟਿਨ ਟਰੂਡੋ ਨੂੰ ਕੋਲਡ ਸ਼ੋਲਡਰ ਕੀਤਾ ਜਾ ਰਿਹਾ ਹੈਗਾ। ਐਂਡ ਉਹਦੇ ਵਿੱਚ ਅਸੀਂ ਪਿਕਚਰਸ ਵੀ ਦੇਖੀਆਂ ਤਾਂ ਜਾ ਰਹੀਆਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਾਕੀਆਂ ਦੇ ਨਾਲ, ਜਸਟਿਨ ਟਰੂਡੋ ਨਾਲ ਉਹ ਸਲੂਕ ਨਜ਼ਰ ਨਹੀਂ ਆਇਆ। So कुछ लग रहा सी कि कुछ गड़बड़ है, but definitely this has been going on for long, so we cannot say कि हुनी होया है। So basically ultimately ਜਦੋਂ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਜਾ ਕੇ ਗੱਲਬਾਤ ਕੀਤੀ, ਪਹਿਲਾਂ ਆਪੋਜੀਸ਼ਨ ਲੀਡਰਸ ਨਾਲ ਗੱਲ ਕੀਤੀ, ਫਿਰ ਇਹ ਅਨਾਉਂਸਮੈਂਟ ਕੀਤੀ, ਤਾਂ ਇੱਕ ਤਰਥੱਲੀ ਦੀ ਮਚ ਗਈ। ਬਿਕਾਜ਼ ਪਾਰਲੀਮੈਂਟ ਦੇ ਵਿੱਚ ਐਡਾ ਵੱਡਾ ਐਕਿਊਜ਼ੇਸ਼ਨ ਲਾਣਾ ਇੱਕ ਛੋਟੀ ਗੱਲ ਨਹੀਂ ਹੈਗੀ। ਐਂਡ ਉਹਦੇ ਵਿੱਚ ਵੀ ਹੁਣ ਜਿਹੜੀਆਂ ਗੱਲਾਂ ਬਾਹਰ ਆ ਰਹੀਆਂ ਨੇ, ਅਜੇ ਸਾਰੇ ਤੱਤ ਤਾਂ ਬਾਹਰ ਆ ਨਹੀਂ ਰਹੇ, ਬਟ ਕੈਨੇਡਾ ਨੇ ਪਹਿਲਾਂ ਬਾਕੀ ਮੁਲਕਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਨੂੰ ਦੱਸਿਆ ਸੀ ਕਿ ਸਾਡੇ ਕੋਲ ਕੁਝ ਕ੍ਰੈਡੀਬਲ ਐਵੀਡੈਂਸ ਹੈਗਾ ਕਿ ਇੰਡੀਆ ਦੀ ਇਨਵੋਲਵਮੈਂਟ ਹੋ ਰਹੀ ਹੈ ਕੈਨੇਡੀਅਨ ਸਿਟੀਜ਼ਨ ਨੂੰ ਮਾਰਨ ਦੇ ਵਿੱਚ। ਐਂਡ ਆਫ ਕੋਰਸ ਕੈਨੇਡਾ ਵਿੱਚ ਲੰਬੀ ਦੇਰ ਤੋਂ ਇਹ ਮੰਗ ਜਿਹੜੀ ਹੈਗੀ ਹੈ, 80s ਦੇ ਵਿੱਚ ਵੀ ਇਹ ਮੰਗ ਉੱਠੀ ਸੀ ਖਾਲਿਸਤਾਨ ਦੀ, ਜਿੱਥੇ ਕਿ 1985 ਦੇ ਵਿੱਚ ਅਨਫੋਰਚੂਨੇਟਲੀ ਏਅਰ ਇੰਡੀਆ ਦਾ ਹਾਦਸਾ ਵਾਪਰਿਆ ਅਤੇ ਉਸ ਤੋਂ ਬਾਅਦ ਗੱਲ ਥੋੜੀ ਦੇਰ ਲਈ ਚਲਦੀ ਰਹੀ, ਪਰ ਠੱਪੀ ਹੋਈ ਸੀ। ਪਰ ਕੁਝ ਦੇਰ ਤੋਂ ਇਹ ਕਾਫੀ ਹੁਣ ਦੁਬਾਰਾ ਤੋਂ ਜਿਹੜੀ ਹੈਗੀ ਹੈ ਬਾਹਰ ਆ ਰਹੀ ਹੈ। ਸੋ ਅਲਟੀਮੇਟਲੀ ਜਦੋਂ ਇਹ ਐਕੁਜ਼ੀਸ਼ਨ ਲੱਗੇ ਜੀ ਪਾਰਲੀਮੈਂਟ ਦੇ ਵਿੱਚ ਇਸਰਾਰ ਸਾਹਿਬ, ਤਾਂ ਆਫ ਕੋਰਸ ਇੰਡੀਆ ਨੇ ਇਸ ਨੂੰ ਡਿਨਾਈ ਕੀਤਾ ਹੈਗਾ। ਐਂਡ ਆਪੋਜੀਸ਼ਨ ਪਾਰਟੀਜ਼ ਹੁਣ ਜਿਹੜੀਆਂ ਹੈਗੀਆਂ ਨੇ ਉਹ ਕ੍ਰੈਡੀਬਲ ਐਵੀਡੈਂਸ ਜਿਹੜਾ ਜਸਟਿਨ ਟਰੂਡੋ ਸਾਹਿਬ ਨੇ ਪਾਰਲੀਮੈਂਟ 'ਚ ਕਿਹਾ, ਉਹ ਜਿਹੜਾ ਕ੍ਰੈਡੀਬਲ ਐਵੀਡੈਂਸ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਮੈਂ ਤੁਹਾਨੂੰ ਸ਼ੇਅਰ ਕਰਨਾ ਵਾ। ਇਹ ਸਟੋਰੀ ਹੈ ਜਿਹੜੀ CBC ਦੀ ਸਟੋਰੀ ਹੈ, ਇਹ ਤੁਸੀਂ ਦੇਖ ਲਓ। ਉਹ ਕਹਿ ਰਹੇ ਨੇ ਕਿ ਕੈਨੇਡਾ ਹੈਜ਼ ਇੰਡੀਅਨ ਡਿਪਲੋਮੈਟਸ ਕਮਿਊਨੀਕੇਸ਼ਨਸ ਇਨ ਬੌਮਸ਼ੈਲ ਮਰਡਰ ਪ੍ਰੋਬ ਸੋਰਸਿਸ। ਜਿਹੜੇ ਗਵਰਨਮੈਂਟ ਦੇ ਸੋਰਸਿਸ ਨੇ ਉਹ ਇਹਨੂੰ ਦੱਸ ਰਹੇ ਨੇ। ਐਵਨ ਡਾਇਰ ਹੈ, ਅਲੈਗਜ਼ੈਂਡਰ ਪਿਨੇਟਾ, ਦੋਨਾਂ ਨੇ ਮਿਲ ਕੇ ਸਟੋਰੀ ਕੀਤੀ ਹੈ ਜੀ। ਔਰ ਉਹ ਕਹਿ ਰਹੇ ਨੇ ਕਿ ਸੋਰਸਿਸ ਟੈਲ CBC ਨਿਊਜ਼
ਇੰਡੀਅਨ ਆਫੀਸ਼ੀਅਲਸ ਹੈਵ ਨਾਟ ਡਿਨਾਈਡ ਦੀ ਐਗਜ਼ਿਸਟੈਂਸ ਆਫ ਦ ਇੰਟੈਲੀਜੈਂਸ ਇਨ ਪ੍ਰਾਈਵੇਟ। ਜਦੋਂ ਉਹਨਾਂ ਨੂੰ ਜਾ ਕੇ ਇੰਟੈਲੀਜੈਂਸ ਦਿੱਤੀ ਸੀ ਤੇ ਉਹਨਾਂ ਨੇ ਇਹਨੂੰ ਡਿਨਾਈ ਨਹੀਂ ਕੀਤਾ। ਔਰ ਇਹ ਕਹਿ ਰਹੇ ਨੇ ਕਿ ਸਿਗਨਲ ਇੰਟੈਲੀਜੈਂਸ ਵੀ ਹੈ ਵੇ, ਔਰ ਨਾਲ ਨਾਲ ਉਹ ਕਹਿ ਰਹੇ ਨੇ ਕਿ ਜਿਹੜੀ ਹਿਊਮਨ ਇੰਟੈਲੀਜੈਂਸ ਹੈ ਉਹ ਵੀ ਇਸ ਚੀਜ਼ ਦਾ ਸਬੂਤ ਦੇ ਰਹੀ ਹੈ। ਉਹਨਾਂ ਕੋਲ ਉਹਨਾਂ ਦੀਆਂ ਗੱਲਾਂ ਜਿਹੜੀਆਂ ਡਿਪਲੋਮੈਟਸ ਨੇ ਇੱਥੇ ਕੀਤੀਆਂ ਨੇ ਉਹ ਰਿਕਾਰਡਿੰਗ ਫੋਰਨ ਦੇ ਵਿੱਚ ਉਹਨਾਂ ਦੇ ਕੋਲ ਮੌਜੂਦ ਨੇ, ਤੇ ਇਹ ਤੇ ਕਾਫੀ ਸੀਰੀਅਸ ਕਿਸਮ ਦੇ ਐਲੀਗੇਸ਼ਨਸ ਨੇ। ਔਰ ਅਗਰ ਇਹਨਾਂ ਕੋਲ ਕ੍ਰੈਡੀਬਲ ਇੰਟੈਲੀਜੈਂਸ, ਹਿਊਮਨ ਇੰਟੈਲੀਜੈਂਸ ਔਰ ਸਿਗਨਲ ਇੰਟੈਲੀਜੈਂਸ ਦੋਨੋਂ ਮੌਜੂਦ ਨੇ, ਤੇ ਫਿਰ ਕਿਸ ਤਰ੍ਹਾਂ ਇੰਡੀਆ ਡਿਨਾਈ ਕਰ ਰਿਹਾ ਜੀ? ਐਬਸੋਲੂਟਲੀ ਜੀ, ਬਿਲਕੁਲ ਤੁਸੀਂ ਸਹੀ ਕਿਹਾ ਹੈਗਾ ਇਸਰਾਰ ਸਾਹਿਬ ਕਿ ਜੇਕਰ ਇੰਨੇ ਵੱਡੇ ਐਵੀਡੈਂਸ ਹੈਗੇ ਨੇ ਤਦ ਹੀ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿੱਚ ਇਹ ਗੱਲਬਾਤ ਕੀਤੀ ਹੈਗੀ ਹੈ। ਐਂਡ ਆਫ ਕੋਰਸ ਕਿਸੇ ਵੀ ਦੇਸ਼ 'ਤੇ ਜਦੋਂ ਕੋਈ ਦੋਸ਼ ਲੱਗਦਾ ਹੈ ਤਾਂ ਡੈਫੀਨੇਟਲੀ ਉਹ ਮੁਲਕ ਇਨੀਸ਼ੀਅਲੀ ਜੋ ਹੈ ਉਸ ਨੂੰ ਰਿਜੈਕਟ ਕਰੇਗਾ ਹੀ ਕਰੇਗਾ, ਇਹ ਭਾਵੇਂ ਕੋਈ ਵੀ ਮੁਲਕ ਹੋਏ। ਗੱਲ ਤਾਂ ਇਹ ਹੈਗੀ ਜੀ ਕਿ ਕਿਸੇ ਵੀ ਮੁਲਕ ਵਿੱਚ ਜਾ ਕੇ ਜੇਕਰ ਕਿਸੇ ਫੋਰਨ ਇੰਟਰਫੇਰੈਂਸ ਦੇ ਕਾਰਨ ਕਿਸੇ ਦੀ ਸਿਟੀਜ਼ਨ ਦੀ ਮੌਤ ਹੁੰਦੀ ਤਾਂ ਉਸ ਦੇਸ਼ ਵੱਲੋਂ ਆਵਾਜ਼ ਤਾਂ ਉਠਾਈ ਜਾਏਗੀ ਜਿਸ ਤਰ੍ਹਾਂ ਕੈਨੇਡਾ ਉਠਾ ਰਿਹਾ ਹੈ। ਸੋ ਇਟ ਇਜ਼ ਨਥਿੰਗ ਆਈ ਵੁੱਡ ਸੇ ਅਬਸਰਡ। ਬਟ ਹੁਣ ਗੱਲ ਇੱਥੇ ਮੁੱਕਦੀ ਹੈਗੀ ਹੈ ਜੀ ਕਿ ਕਦੋਂ ਇਹ ਚੀਜ਼ਾਂ ਬਾਹਰ ਆਉਣਗੀਆਂ, ਸੋਰਸਿਸ ਰਾਹੀਂ ਮੀਡੀਆ ਦੇ ਵਿੱਚ ਜਿਹੜੀਆਂ ਗੱਲਾਂ ਆ ਰਹੀਆਂ ਨੇ। ਅਲਟੀਮੇਟਲੀ ਜਦੋਂ ਤੁਸੀਂ ਐਡਾ ਵੱਡਾ ਐਕਿਊਜ਼ੇਸ਼ਨ ਲਾਇਆ ਗਿਆ, ਦੋਸ਼ ਲਾਇਆ ਹੈ, ਤਾਂ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਚੀਜ਼ਾਂ ਨੂੰ ਬਾਹਰ ਵੀ ਕੱਢਣਾ ਪਏਗਾ। ਹੁਣ ਗੱਲ ਖਤਮ ਹੋ ਗਈ ਕਿ ਜੀ ਡਿਪਲੋਮੈਸੀ ਦੇ ਰਾਹੀਂ ਕੁਝ ਸੋਲਵ ਹੋਏਗਾ। ਹੁਣ ਤਾਂ ਇੱਕ ਦੋਸ਼ ਲੱਗਾ ਹੈ ਤੇ ਉਸ ਨੂੰ ਪ੍ਰੂਵ ਕਰਨ ਵਾਸਤੇ ਐਵੀਡੈਂਸ ਅੱਗੇ ਪੇਸ਼ ਕਰਨਾ ਹੀ ਪਏਗਾ, ਤਦ ਹੀ ਭਾਰਤ ਜਿਹੜਾ ਹੈਗਾ ਉਸ ਨੂੰ ਰਿਸਪੌਂਡ ਕਰੇਗਾ। ਜਿਸ ਤਰ੍ਹਾਂ ਇਹ ਸਟੋਰੀ ਦਾ ਜ਼ਿਕਰ ਤੁਸੀਂ ਕੀਤਾ ਹੈਗਾ, ਬੀਇੰਗ ਇਨ ਮੀਡੀਆ ਥਰੂ ਸੋਰਸਿਸ, ਸਾਡੇ ਕੋਲ ਵੀ ਬਹੁਤ ਕੁਝ ਆਉਂਦਾ ਹੈਗਾ ਐਂਡ ਦੈਨ ਅਸੀਂ ਆਪਣੇ ਸੋਰਸਿਸ ਨੂੰ ਹਮੇਸ਼ਾ ਹੀ ਪ੍ਰੋਟੈਕਟ ਕਰਦੇ ਹੈਗੇ ਹਾਂ। ਕਦੀ ਇਹ ਨਹੀਂ ਹੁੰਦਾ ਕਿਸੇ ਸੋਰਸ ਦਾ ਨਾਮ ਲੈ ਕੇ ਅੱਗੇ, ਬਟ ਹੁਣ ਗੱਲ ਉੱਥੋਂ ਬਾਹਰ ਜਾ, ਹੁਣ ਕਿਆਸ ਰਹੀਆਂ ਦਾ ਸਮਾਂ ਖਤਮ ਹੋ ਚੁੱਕਿਆ ਹੈਗਾ। ਮੀਡੀਆ ਜਦੋਂ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਓਪਨਲੀ ਕਹਿ ਰਿਹਾ ਕਿ ਮੇਰੇ ਕੋਲ ਕ੍ਰੈਡੀਬਲ ਐਵੀਡੈਂਸ ਹੈਗਾ, I think the time has come that Prime Minister Justin Trudeau should come forward and ਇਹ ਐਵੀਡੈਂਸ ਅੱਗੇ ਪੇਸ਼ ਕਰਨਾ ਚਾਹੀਦਾ ਦੁਨੀਆ ਭਰ ਦੇ ਵਿੱਚ, ਤਾਂ ਕਿ ਭਾਰਤ ਜਿਹੜਾ ਹੈਗਾ, ਜਿਹੜਾ ਇਸ ਸਮੇਂ ਇਸ ਨੂੰ ਰਿਬਟ ਕਰ ਰਿਹਾ ਹੈ ਅਤੇ ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਵੀ ਗੱਲ ਕਿ ਵੀਜ਼ਾਸ ਕੈਂਸਲ ਕਰ ਦਿੱਤੇ ਗਏ ਨੇ, ਰਿਲੇਸ਼ਨਸ਼ਿਪ ਬਹੁਤ ਖਰਾਬ ਹੋ ਰਹੇ ਨੇ ਤੇ ਅਜੇ ਹੋਰ ਖਰਾਬ ਹੋਣ ਦੇ ਅਸਾਰ ਹੈਗੇ ਨੇ, ਕੋਈ ਚਾਂਸਸ ਨਹੀਂ ਕਿ ਠੀਕ ਹੋਣਗੇ। I think this is going to continue for a long time. So as I said, ਜਿਸ ਤਰ੍ਹਾਂ ਮੈਂ ਕਿਹਾ ਤੁਹਾਨੂੰ ਕਿ ਹੁਣ ਸਮਾਂ ਹੈਗਾ ਕਿ ਇਹ ਚੀਜ਼ਾਂ ਨੂੰ ਬਾਹਰ ਕੱਢਿਆ ਜਾਏ। ਠੀਕ ਹੈ। ਅੱਛਾ, ਹਰਦੀਪ ਸਿੰਘ ਨਿੱਜਰ ਸਾਹਿਬ ਜਿਹੜੇ ਨੇ ਉਹਨਾਂ ਦੀ ਡੈਥ ਹੁੰਦੀ ਹੈ, ਅਸੈਸੀਨੇਸ਼ਨ ਹੁੰਦੀ ਹੈ ਜੂਨ 18 ਨੂੰ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇੱਕ ਲਲ ਜਿਹਾ ਆਉਂਦਾ ਹੈ, ਇੱਕ ਖਾਮੋਸ਼ੀ ਆਉਂਦੀ ਹੈ, ਕੋਈ ਬਹੁਤ ਜ਼ਿਆਦਾ ਐਕਟੀਵਿਟੀ ਉਹਦੇ ਤੇ ਨਹੀਂ ਹੁੰਦੀ। ਲੇਕਿਨ ਜਿਸ ਵਕਤ G20 ਦਾ ਮੀਟਿੰਗ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, ਉੱਥੇ ਜਿਸ ਤਰ੍ਹਾਂ ਤੁਸੀਂ ਖੁਦ ਫਰਮਾਇਆ ਕਿ ਉੱਥੇ ਬੜਾ ਕੋਲਡ ਸ਼ੋਲਡਰ ਦਿੱਤਾ ਗਿਆ, ਔਰ ਯਕੀਨ ਕਰੋ ਕਿ ਮੈਂ ਖੁਦ ਵੀ ਬੜਾ ਫੀਲ ਕੀਤਾ, ਔਰ ਮੈਂ ਬਲਕਿ ਆਈ ਫੈਲਟ ਹਿਊਮਿਲੀਏਟਿਡ ਕਿ ਯਾਰ ਐਜ਼ ਅ ਕੈਨੇਡੀਅਨ ਸਿਟੀਜ਼ਨ, ਮਤਲਬ ਜਿਤਨੇ ਵੀ ਲੋਕ ਨੇ ਉਹ ਫੀਲ ਕਰ ਰਹੇ ਸਨ ਕਿ ਬਈ ਇਹ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਦੇ ਨਾਲ ਉੱਥੇ ਕਿਹੋ ਜਿਹਾ ਸਲੂਕ ਹੋ ਰਿਹਾ। ਇੱਕ ਤੁਸੀਂ ਉਹਨਾਂ ਨੂੰ ਘਰ ਬੁਲਾਇਆ, ਉਤੋਂ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਕੋਲਡ ਸ਼ੋਲਡਰ ਦੇ ਰਹੇ ਹੋ, ਸਨਬ ਕਰ ਰਹੇ ਹੋ, ਉਹਨਾਂ ਨੂੰ ਮਿਲਣ ਵੀ ਨਹੀਂ ਦੇ ਰਹੇ, ਉਤੋਂ ਜਿਸ ਤਰ੍ਹਾਂ ਉਹਨਾਂ ਦਾ ਜਹਾਜ਼ ਖਰਾਬ ਹੋ ਗਿਆ ਤੇ ਉਹਦਾ ਤੁਸੀਂ ਮਜ਼ਾਕ ਉਡਾ ਰਹੇ ਹੋ। ਤੇ ਇਹ ਚੀਜ਼ਾਂ ਤੁਸੀਂ ਸਮਝਦੇ ਹੋ ਕਿ ਜਿਹੜਾ ਐਟੀਟਿਊਡ ਉੱਥੇ ਦਿੱਤਾ ਗਿਆ ਹੈ ਔਰ ਸਨਬ ਕੀਤਾ ਗਿਆ ਜਾਂ ਕੋਲਡ ਸ਼ੋਲਡਰ ਦਿੱਤਾ ਗਿਆ, ਉਹਦਾ ਵੀ ਕੋਈ ਵਜ੍ਹਾ ਹੋ ਸਕਦੀ ਕਿ ਟਰੂਡੋ ਸਾਹਿਬ ਨੇ ਆਉਂਦੇ ਹੀ ਉਹਨਾਂ ਨੂੰ ਚੀਜ਼ਾਂ ਨੂੰ ਜ਼ਰਾ ਸਟ੍ਰੀਮਲਾਈਨ ਕੀਤਾ ਔਰ ਫੌਰਨ ਹੀ ਉਹਦੇ ਤੇ ਗੱਲਬਾਤ ਸ਼ੁਰੂ ਕਰ ਦਿੱਤੀ? ਹੋ ਸਕਦਾ ਹੈ ਜੀ, ਬਿਲਕੁਲ। ਦੇਖੋ, ਈਗੋ ਜਿਹੜੀ ਲੀਡਰਸ ਦੀ ਜਦੋਂ ਹਰਟ ਹੁੰਦੀ ਹੈ, ਡੈਫੀਨੇਟਲੀ ਹੋ ਸਕਦਾ ਹੈ ਮੇਬੀ ਪਹਿਲਾਂ ਜਿਸ ਤਰ੍ਹਾਂ ਕੈਨੇਡਾ ਕਹਿ ਰਿਹਾ, ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ 'ਚ ਕਿਹਾ ਜਾ ਰਿਹਾ ਕਿ ਅਸੀਂ ਇੰਡੀਆ ਨਾਲ ਅਪਰੋਚ ਕੀਤਾ ਸੀ, ਅਸੀਂ ਬਾਕੀ ਮੁਲਕਾਂ ਨਾਲ ਵੀ ਗੱਲਬਾਤ ਕੀਤੀ ਸੀ ਕਿ ਇੰਡੀਆ ਦੀ ਇੰਟਰਫੇਰੈਂਸ ਬੰਦ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਨੇ ਉੱਥੇ ਗਏ ਨੇ। ਹਾਂ, ਐਬਸੋਲੂਟਲੀ ਐਂਡ ਇਸਰਾਰ ਸਾਹਿਬ, ਇਸ ਤੋਂ ਪਹਿਲਾਂ ਕਿ ਦੇਖੋ ਕੈਨੇਡਾ ਦੇ ਵਿੱਚ ਪਹਿਲਾਂ ਹੀ ਇਹ ਗੱਲਬਾਤ ਕਾਫੀ ਦੇਰ ਤੋਂ ਚੱਲ ਰਹੀ ਹੈ। ਚਾਈਨਾ ਦੀ ਇੰਟਰਫੇਰੈਂਸ ਬਾਰੇ ਤੁਸੀਂ ਦੇਖਿਆ ਪਾਰਲੀਮੈਂਟ ਵਿੱਚ ਕਿੰਨਾ ਰੌਲਾ ਪਿਆ ਹੈਗਾ, ਐਂਡ ਫੋਰਨ ਇੰਟੈਲੀਜੈਂਸ ਉੱਤੇ ਸਾਬਕਾ ਗਵਰਨਰ ਜਨਰਲ ਵੀ ਬਿਠਾਇਆ ਗਿਆ, ਲੇਕਿਨ ਉਸ ਉੱਤੇ ਵੀ ਕਾਫੀ ਡਿਸਪਿਊਟ ਚੱਲਿਆ। ਸੋ ਦਿਸ ਹੈਜ਼ ਬੀਨ ਆਨਗੋਇੰਗ ਐਂਡ ਅਜੇ ਵੀ ਸੈਨੇਟ ਦੇ ਵਿੱਚ ਫੋਰਨ ਇੰਟਰਫੇਰੈਂਸ ਦੀ ਕਮੇਟੀਜ਼ ਜਿਹੜੀਆਂ ਨੇ ਉਹ ਗੱਲਬਾਤ ਕਰ ਰਹੀਆਂ ਹੈਗੀਆਂ ਨੇ। ਸੋ ਕੈਨੇਡਾ ਇਸ ਤੇ ਆਲਰੇਡੀ ਇਹ ਮਸਲਾ ਪੱਕਿਆ ਹੋਇਆ ਸੀ, ਪਰ ਡੈਫੀਨੇਟਲੀ ਜਿਸ ਤਰ੍ਹਾਂ ਤੁਸੀਂ ਕਿਹਾ ਕੋਲਡ ਸ਼ੋਲਡਰ ਮਿਲਿਆ। ਹੋ ਸਕਦਾ ਹੈਗਾ ਕਿ ਜਸਟਿਨ ਟਰੂਡੋ ਸਾਹਿਬ ਦੀ ਈਗੋ ਹਰਟ ਹੋਈ ਹੋਏ ਤੇ ਆ ਕੇ ਉਹਨਾਂ ਨੇ ਇੱਕਦਮ ਫੈਸਲਾ ਕਰ ਲਿਆ ਕਿ ਮੈਂ ਪਾਰਲੀਮੈਂਟ ਵਿੱਚ ਇਸ ਗੱਲ ਨੂੰ ਕਰਾਂਗਾ। ਦੇਖੋ, ਇਹ ਗੱਲ ਥਰੂ ਡਿਪਲੋਮੈਟਸ ਵੀ ਕੀਤੀ ਜਾ ਸਕਦੀ ਸੀ ਜਾਂ ਕੋਈ ਜੂਨੀਅਰ ਮਿਨਿਸਟਰ ਦੇ ਰਾਹੀਂ ਕੀਤੀ ਜਾ ਸਕਦੀ ਸੀ, ਪਰ ਪ੍ਰਧਾਨ ਮੰਤਰੀ ਨੇ ਆਪ ਇਹ ਗੱਲ ਹੈ ਕਿ ਬਹੁਤ ਅਹਿਮੀਅਤ ਰੱਖਦੀ ਹੈਗੀ, ਬਿਕਾਜ਼ ਐਕਿਊਜ਼ਿੰਗ ਕੋਈ ਵੀ ਮੁਲਕ ਹੋਏ ਉਸ ਉੱਤੇ ਇਹੋ ਜਿਹਾ ਦੋਸ਼ ਲਾਣਾ ਕੁਝ ਨਾ ਕੁਝ ਤਾਂ ਜ਼ਰੂਰ ਹੋਏਗਾ ਜਿਸ ਕਾਰਨ ਇਹਨਾਂ ਨੇ ਉਹ ਗੱਲ ਕਹੀ ਹੈਗੀ। ਸੋ ਯੈਸ, ਆਈ ਥਿੰਕ ਕਿ ਇਹ ਇੱਕ ਫੈਕਟਰ ਹੋ ਸਕਦਾ ਹੈ ਜਿਸ ਕਾਰਨ ਇੰਨਾ ਇਹ ਗੱਲ ਉਭਰ ਗਈ ਹੋ ਗਈ। ਅੱਛਾ, ਹੁਣ ਜਿਹੜਾ ਐਜ਼ ਆਫ ਨਾਓ ਸਿਚੁਏਸ਼ਨ ਜਿਹੜੀ ਉਹ ਕਾਫੀ ਮਤਲਬ ਬੁਰੀ ਲੱਗ ਰਹੀ ਹੈ। ਕੈਨੇਡਾ ਇੰਡੀਆ ਟਾਈਜ਼ ਹੈਵ ਨੋਜ਼ ਡਾਈਵਡ ਐਕਚੁਅਲੀ, ਔਰ ਕਾਫੀ ਸੀਰੀਅਸ ਸਿਚੁਏਸ਼ਨ ਲੱਗ ਰਹੀ ਹੈ। ਔਰ ਇਹਦੇ ਤੋਂ
ਪਿੱਛੇ ਆਉਣਾ ਮੈਨੂੰ ਫਿਲਹਾਲ ਤੇ ਮੁਸ਼ਕਿਲ ਹੀ ਲੱਗ ਰਿਹਾ ਹੈ, ਕਿਉਂਕਿ ਜਿਸ ਤਰੀਕੇ ਨਾਲ ਵੀਜ਼ਾ ਆਪਰੇਸ਼ਨਸ ਕੈਂਸਲ ਕੀਤੇ ਗਏ ਨੇ, ਔਰ ਲੋਕ ਜਿਹੜੇ ਨੇ ਉਹ ਤੁਹਾਨੂੰ ਪਤਾ ਹੀ 80,000 ਤੋਂ ਲੈ ਕੇ 1 ਲੱਖ ਬੰਦਾ ਜਿਹੜਾ ਹੈ ਉਹ ਹਰ ਸਾਲ ਤਕਰੀਬਨ ਇਸ ਸੀਜ਼ਨ ਹੀ ਜਾਂਦਾ ਹੈ ਉੱਥੇ ਇੰਡੀਆ ਦੇ ਵਿੱਚ। ਇੱਕ ਤੇ ਆਵੇ ਕਿ ਜਿਹੜੇ ਲੋਕਾਂ ਨੇ ਟਿਕਟਾਂ ਲਈਆਂ ਹੋਈਆਂ ਨੇ, ਜਿਨ੍ਹਾਂ ਨੇ ਬੁਕਿੰਗਸ ਕਰਾਈਆਂ ਹੋਈਆਂ ਨੇ, ਕਈ ਸ਼ਾਦੀਆਂ ਤੇ ਜਾ ਰਹੇ ਨੇ, ਉਹਨਾਂ ਦਾ ਕੀ ਬਣੇਗਾ? ਉਹ ਕਿੰਨਾ ਵੱਡਾ ਕੰਸਰਨ ਹੈ। ਤੁਸੀਂ ਵੈਂਕੂਵਰ ਦੇ ਵਿੱਚ, ਕਿਉਂਕਿ ਵੈਂਕੂਵਰ ਹੱਬ ਹੈ ਸਿੱਖ ਕਮਿਊਨਿਟੀ ਦਾ, ਤੇ ਉੱਥੇ ਕਿੰਨਾ ਵੱਡਾ ਕੰਸਰਨ ਫੀਲ ਕੀਤਾ ਜਾ ਰਿਹਾ ਜੀ ਇਹਦੇ ਬਾਰੇ ਚ? ਜੀ ਇਹ ਬਹੁਤ ਸਾਰਿਆਂ ਦੇ ਵਿੱਚ ਹੀ, ਮੈਂ ਇਹ ਨਹੀਂ ਕਹਾਂਗਾ ਕਿ ਸਿਰਫ ਸਿੱਖਾਂ ਵਿੱਚ ਹੀ, ਬਲਕਿ ਸਾਰੇ ਕੈਨੇਡੀਅਨਸ ਹੈਗੇ ਨੇ ਉਹ ਇਸ ਨੂੰ ਮਹਿਸੂਸ ਕਰ ਰਹੇ ਨੇ, ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਰਹਿੰਦੇ ਨੇ, ਹਿੰਦੂ ਵੀ ਰਹਿੰਦੇ ਨੇ, ਅਤੇ 21 ਸਤੰਬਰ ਵੀਜ਼ਾ। ਸੋ ਜਿਹੜੇ ਲੋਕ ਤਾਂ ਪਹਿਲਾਂ ਐਪਲੀਕੇਸ਼ਨ ਪਾਈਆਂ ਸੀ ਉਹ ਪ੍ਰੋਸੈਸ ਹੋ ਰਹੀਆਂ ਨੇ, ਉਹਨਾਂ ਦੀਆਂ ਚੱਲਣਗੀਆਂ, ਪਰ 21 ਸਤੰਬਰ ਤੋਂ ਬਾਅਦ ਕੋਈ ਐਪਲੀਕੇਸ਼ਨ ਐਕਸੈਪਟ ਨਹੀਂ ਕੀਤੀ ਜਾ ਰਹੀ। ਬਟ ਜਿਹੜੇ ਲੋਕਾਂ ਕੋਲ ਪੁਰਾਣੇ PIO ਕਾਰਡਸ ਉਸਨੂੰ ਕਹਿੰਦੇ ਨੇ, ਜਾਂ OCI ਕਾਰਡਸ ਕਹਿੰਦੇ ਨੇ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਜਿਹੜੇ ਲੋਕਾਂ ਨੇ ਅਜੇ, ਅਤੇ ਅਸੀਂ ਬਾਅਦ ਵਿੱਚ ਜਦੋਂ ਜਾਣਾ ਹੈ ਕੋਲ ਉਸ ਸਮੇਂ ਲੈ ਲਾਂਗੇ, ਕਿਉਂਕਿ ਜਨਰਲੀ 1 ਸਾਲ ਤੱਕ ਜੋ ਹੈ ਵੀਜ਼ਾ ਵੈਲਿਡ ਹੁੰਦਾ ਹੈ। ਸੋ ਐਵਰੀਬਡੀ ਵਾਂਟਸ ਕਿ ਯਾਰ ਉਸੇ ਸਮੇਂ ਲਈਏ ਜਦੋਂ ਅਸੀਂ ਜਾਣਾ ਹੈ। ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਕਿਸੇ ਨੇ ਨਵੰਬਰ ਜਾਣਾ ਸੀ, ਉਹ ਕਹਿੰਦਾ ਚੱਲ ਮੈਂ ਅਕਤੂਬਰ ਚ ਅਪਲਾਈ ਕਰ ਦਾਂਗਾ, 2-3 ਹਫ਼ਤੇ ਲੱਗਣਗੇ, ਮੈਂ ਕਰ ਲਾਂਗਾ। ਸੋ ਉਹ ਸਾਰੇ ਹੀ ਲੋਕ ਜਿਹੜੇ ਨੇ ਬੜੇ ਪਰੇਸ਼ਾਨ ਹੈਗੇ ਨੇ, ਐਂਡ ਸਾਰਿਆਂ ਦੇ ਜਿਹੜੇ ਮੂੰਹ ਲਟਕੇ ਹੋਏ ਨੇ ਮੈਂ ਕਹਾਂਗਾ, ਕਿਉਂਕਿ ਪਤਾ ਨਹੀਂ ਅਜੇ ਤੱਕ ਕਿ ਕਦੋਂ ਜਾ ਕੇ ਇਸ ਮਸਲੇ ਦਾ ਹੱਲ ਕੋਈ ਲੱਭੇਗਾ, ਜਿਹੜਾ ਮੈਨੂੰ ਅਜੇ ਨਜ਼ਰ ਨਹੀਂ ਆ ਰਿਹਾ, ਕਿਉਂਕਿ ਅਜੇ ਇਹ ਸਪੈਟ ਦਿਨ ਬ ਦਿਨ ਹੋਰ ਜਿਹੜਾ ਡ੍ਰਿਫਟ ਹੈ ਹੋਰ ਵੱਧਦਾ ਜਾ ਰਿਹਾ ਹੈ। ਅੱਛਾ, ਅਸੀਂ ਤੇ ਨਿੱਜਰ ਸਾਹਿਬ ਦੀ ਗੱਲ ਕਰ ਰਹੇ ਸਾਂ, ਲੇਕਿਨ ਕੱਲ ਅਸੀਂ ਦੇਖਿਆ ਕਿ ਇੱਕ ਹੋਰ ਸਿੱਖ ਬਰਾਦਰੀ ਦਾ ਬੰਦਾ ਜਿਹੜਾ ਹੈ ਸੁਖਦੂਲ ਸਿੰਘ ਗਿੱਲ, ਜਿਨ੍ਹਾਂ ਦਾ ਨਾਂ ਵੈਸੇ ਸੁੱਖਾ ਵੀ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਦੀ ਵੀ ਟਾਰਗੇਟ ਕਿਲਿੰਗ ਹੋਈ ਹੈ। ਤੇ ਕਿਆ ਇਹ ਇੰਡੀਆ ਕਹਿੰਦਾ ਹੈ ਕਿ ਜੀ ਉੱਥੇ ਤੇ ਟਾਰਗੇਟ ਕਿਲਿੰਗ ਹੁੰਦੀ ਹੈ, ਗੈਂਗ ਵਾਰਸ ਹੁੰਦੀਆਂ ਨੇ, ਔਰ ਨਿੱਜਰ ਸਾਹਿਬ ਵੀ ਜਿਹੜੇ ਨੇ ਉਹ ਵੀ ਉਸ ਗੈਂਗ ਵਾਰ ਦਾ ਹਿੱਸਾ ਹੋ ਸਕਦੇ ਨੇ, ਉਹਦੀ ਉਹਨਾਂ ਨੂੰ ਮਾਰ ਦਿੱਤਾ ਗਿਆ ਹੋਵੇ? ਵਾਈ ਬਲੇਮ ਇੰਡੀਆ? ਜੀ ਉਹਦੇ ਵਿੱਚ ਹੀ ਦੇਖੋ ਇਸ ਤਰ੍ਹਾਂ ਹੈਗਾ ਕਿ ਇੱਥੇ ਆਫਕੋਰਸ ਗੈਂਗ ਵਾਰ ਤਾਂ ਚੱਲ ਹੀ ਰਹੀ ਹੈਗੀ ਹੈ, ਐਂਡ ਕਮਿਊਨਿਟੀ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੀਆਂ ਮੌਤਾਂ ਨੇ, ਪਰ ਖਾਸ ਤੌਰ ਤੇ ਦਾਨੂਕੇ ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਹੋ, ਵਿਨੀਪੈਗ ਵਿੱਚ ਮਾਰਿਆ ਗਿਆ, ਹੀ ਵਾਸ ਔਨ ਦ ਵਾਂਟਡ ਲਿਸਟ ਆਫ ਇੰਡੀਆ ਦੇ ਕੋਈ ਅਰਾਊਂਡ 42-43 ਬੰਦਿਆਂ ਦੀ ਉਹਨਾਂ ਨੇ ਇੱਕ ਲਿਸਟ ਕੀਤੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ, ਉਹਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੈਗਾ ਸੀ। ਸੋ ਯੈਸ, ਉਹ ਜਿਹੜੀ ਮੌਤ ਹੋਈ ਉਸ ਤੋਂ ਗੈਂਗ ਵਾਰ ਹੀ ਕਿਹਾ ਜਾ ਰਿਹਾ ਹੈ, ਪਰ ਕੀ ਕਾਰਨ ਹੈ ਨੋਬਡੀ ਕੈਨ ਪ੍ਰਿਡਿਕਟ। ਈਵਨ ਹਰਦੀਪ ਸਿੰਘ ਨਿੱਜਰ ਦੇ ਉੱਤੇ 10 ਲੱਖ ਦਾ ਇਨਾਮ ਰੱਖਿਆ ਗਿਆ ਸੀ, ਕਿਉਂਕਿ ਉਹ ਖਾਲਿਸਤਾਨ ਦੇ ਬਾਰੇ ਬੜੇ ਓਪਨਲੀ ਪ੍ਰੋਟੈਗਨਿਸਟ ਸਨ। ਸੋ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜਦ ਤੱਕ ਉਹ ਕ੍ਰੈਡੀਬਲ ਐਵੀਡੈਂਸ, ਜਿਹੜਾ ਤੁਸੀਂ ਸ਼ੁਰੂ 'ਚ ਗੱਲ ਕੀਤੀ, ਉਹ ਬਾਹਰ ਆਉਂਦਾ ਹੈ। ਅਜੇ ਤੱਕ ਕਿਆਸ ਰਾਈਆਂ ਹੀ ਹੈਗੀਆਂ ਨੇ, ਤੇ ਕਿਆਸ ਰਾਈਆਂ ਜਿਸ ਪੱਖ ਨਾਲ ਵੀ ਕੋਈ ਜੁੜਿਆ ਹੋਇਆ ਹੈ ਉਹ ਉਸੇ ਹਿਸਾਬ ਨਾਲ ਉਹ ਬੋਲੀ ਬੋਲ ਰਿਹਾ ਹੈ। ਸੋ ਬੜਾ ਇੱਕ ਐਂਡ ਵਰਸਟ ਪਾਰਟ ਇਸਰਾਰ ਸਾਹਿਬ ਜਿਹੜਾ ਮੈਂ ਦੇਖ ਰਿਹਾ ਕੈਨੇਡਾ ਦੇ ਵਿੱਚ ਰਹਿੰਦੇ ਹੋਏ, ਹਰ ਇੱਕ ਕੋਈ, ਅਸੀਂ ਪਾਕਿਸਤਾਨ ਇੰਡੀਆ ਤੋਂ ਇੱਥੇ ਆਏ ਕਿ ਮੁਲਕ ਦੇ ਵਿੱਚ ਉਹ ਜਿਹੜੀ ਸਾਡੇ ਮੁਲਕਾਂ 'ਚ ਸਿਆਸਤ ਚੱਲਦੀ ਇੱਥੇ ਨਾ ਚੱਲੇ, ਬਟ ਅਨਫੋਰਚੂਨੇਟਲੀ ਪਿਛਲੇ ਕੁਝ ਸਾਲਾਂ ਤੋਂ ਇਹ ਚੀਜ਼ਾਂ ਇੱਥੇ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਨੇ, ਜਿਹੜਾ ਕਿ ਇੱਕ ਬੜਾ ਮੈਟਰ ਆਫ ਕੰਸਰਨ ਹੈਗਾ ਕਿ ਵੀ ਲੈਫਟ ਆਰ ਕੰਟਰੀਜ਼ ਫॉर ਅ ਬੈਟਰ ਗਵਰਨੈਂਸ, ਅ ਗੁੱਡ ਸਿਸਟਮ, ਬਟ ਅਨਫੋਰਚੂਨੇਟਲੀ ਉਹੀ ਚੀਜ਼ਾਂ ਇੱਥੇ ਵੀ ਭਾਰੂ ਹੁੰਦੀ ਜਾ ਰਹੀਆਂ ਨੇ, ਜਿਹੜਾ ਕਿ ਆਉਣ ਵਾਲੀ ਪਨੀਰੀ ਵਾਸਤੇ ਮੈਂ ਸਮਝਦਾ ਠੀਕ ਨਹੀਂ ਹੈ। ਸਹੀ ਗੱਲ ਹੈ, ਜਿਹੜੀ ਡਾਇਸਪੋਰਾ ਪੋਲਿਟਿਕਸ ਹੈ ਉਹ ਚੂੰਕਿ ਇੱਥੇ ਜ਼ਿਆਦਾ ਵੱਧਦੀ ਜਾ ਰਹੀ ਹੈ, ਉਹਦਾ ਨੁਕਸਾਨ ਹੋ ਰਿਹਾ ਹੈ। ਅੱਛਾ, ਇਹ ਜ਼ਰਾ ਮੈਨੂੰ ਦੱਸੋ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਇੰਡੀਆ ਨੇ, ਉਹਨਾਂ ਦੇ ਜਿਹੜੇ ਸਪੋਕਸਮੈਨ ਨੇ, ਉਹਨਾਂ ਨੇ ਕੱਲ ਜਿਸ ਗੱਲਬਾਤ ਕੀਤੀ ਸੀ ਪ੍ਰੈਸ ਦੇ ਨਾਲ, ਉਹਨਾਂ ਨੇ ਕਿਹਾ ਜੀ ਕਿ ਕੈਨੇਡਾ ਇਜ਼ ਅ ਸੇਫ ਹੇਵਨ ਫॉर ਟੈਰਰਿਸਟ, ਐਕਸਟ੍ਰੀਮਿਸਟਸ ਐਂਡ ਆਰਗੇਨਾਈਜ਼ਡ ਕ੍ਰਾਈਮ। ਹੁਣ ਇਹ ਦੇਖੋ 3 ਚੀਜ਼ਾਂ ਜਿਹੜੀਆਂ ਨੇ ਇਹ ਉਹਨਾਂ ਨੇ ਗਿਣਵਾ ਦਿੱਤੀਆਂ ਨੇ, ਔਰ ਇਹ ਵੈਸੇ ਤਾਂ ਕਹਿ ਰਹੇ ਇਹ ਸਾਡੇ ਪਾਕਿਸਤਾਨ ਵਾਸਤੇ ਇਹੋ ਜਿਹੇ ਸ਼ਬਦ ਜਿਹੜੇ ਨੇ ਉਹ ਯੂਜ਼ ਕਰਦੇ ਹੁੰਦੇ ਨੇ, ਲੇਕਿਨ ਇਹ ਉਹਨਾਂ ਨੇ ਕੈਨੇਡਾ ਨੂੰ ਵਿੱਚ ਹੀ ਰਗੜ ਦਿੱਤਾ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕਿ ਜੀ ਸੇਫ ਹੇਵਨ ਹੈ ਫॉर ਟੈਰਰਿਸਟ, ਐਕਸਟ੍ਰੀਮਿਸਟ ਐਂਡ ਆਰਗੇਨਾਈਜ਼ਡ ਕ੍ਰਾਈਮ। ਜੀ ਇਸ ਤਰ੍ਹਾਂ ਜੀ ਕਿ ਇਹ ਕਿਉਂਕਿ ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜਾ ਜਾ ਕੇ ਇਹੀ ਗੱਲ ਦੁਹਰਾਈ, ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ, ਆਫ ਕੋਰਸ ਰਿਸਪੌਂਸ ਤਾਂ ਆਉਣਾ ਹੀ ਸੀ ਇੰਡੀਆ ਨੂੰ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਖਾਲਿਸਤਾਨ ਦੇ ਇੱਥੇ ਕਾਫੀ ਦੇਰ ਤੋਂ ਸੰਘਰਸ਼ ਚੱਲ ਰਿਹਾ, ਬਹੁਤ ਸਾਰੇ ਲੋਕ ਜਿਹੜੇ ਨੇ ਉਸ ਨਾਲ ਮੂਵਮੈਂਟ ਨਾਲ ਜੁੜੇ ਹੋਏ ਨੇ, ਅਤੇ ਇੱਥੇ ਫਰੀਡਮ ਆਫ ਸਪੀਚ ਦੇ ਅਧੀਨ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ, ਭਾਵੇਂ ਹਾਰਪਰਸਨ, ਭਾਵੇਂ ਜਸਟਿਨ ਟਰੂਡੋ ਨੇ, ਹਰ ਇੱਕ ਨੇ ਇਹੀ ਕਿਹਾ ਕਿ ਜੀ ਚਾਰਟਰ ਆਫ ਫਰੀडम ਐਂਡ ਰਾਈਟਸ ਦੇ ਅਧੀਨ ਹਰ ਇੱਕ ਨੂੰ ਫਰੀडम ਆਫ ਐਕਸਪ੍ਰੈਸ਼ਨ ਹੈਗਾ ਹੈ, ਐਂਡ ਦੇ ਕੈਨ ਸੇ ਵਾਟ ਐਵਰ ਦੇ ਵਾਂਟ। ਪਰ ਨਾਲ ਇਹ ਵੀ ਇੱਕ ਹਮੇਸ਼ਾ ਗੱਲ ਕਹੀ ਜਾਂਦੀ ਹੈ ਕਿ ਅੰਡਰ ਕਿ ਪੀਸਫੁਲ ਸਰਕਮਸਟੈਂਸਿਸ ਦੇ ਵਿੱਚ ਸਭ ਕੁਝ ਚੱਲ ਰਿਹਾ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ।
ਪਰ ਇਹ ਚੀਜ਼ ਹੁਣ ਥੋੜੀ ਜੀ ਪੀਸਫੁਲ ਤੋਂ ਥੋੜਾ ਜਿਹਾ ਬਾਹਰ ਜਾਂਦੀ ਜਾ ਰਹੀ ਹੈ। ਹਾਲ ਹੀ ਵਿੱਚ ਇੱਕ ਸਟੇਟਮੈਂਟ ਆਈ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ 6 ਫॉर ਜਸਟਿਸ ਦੇ ਨੇ, ਜਿਹਦੇ ਵਿੱਚ ਉਹਨਾਂ ਨੇ ਹਿੰਦੂਆਂ ਨੂੰ ਕੈਨੇਡਾ 'ਚ ਰਹਿੰਦੇ ਨੇ ਬਾਹਰ ਜਾਣ ਲਈ ਕਹਿ ਦਿੱਤਾ ਕਿ ਤੁਸੀਂ ਇਸ ਮੁਲਕ ਨੂੰ ਛੱਡ ਜਾਓ। ਉਸ ਤੋਂ ਬਾਅਦ ਬੜੀ ਤਖੱਲੀ ਮਚੀ। ਉਸ ਤੋਂ ਬਾਅਦ ਡਿਪਲੋਮੈਟਸ, ਦੇਖੋ ਡਿਪਲੋਮੈਟਸ ਨੂੰ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਹੈ ਦੁਨੀਆ ਭਰ ਦੇ ਵਿੱਚ। ਕੋਈ ਵੀ ਡਿਪਲੋਮੈਟ ਜਿਸ ਮੁਲਕ 'ਚ ਜਾਂਦਾ ਹੈ ਉਸ ਦੇ ਉੱਤੇ ਉਸ ਦੇਸ਼ ਦਾ ਕਾਨੂੰਨ ਨਹੀਂ ਲੱਗਦਾ, ਉਹਨਾਂ ਨੂੰ ਇੰਟਰਨੈਸ਼ਨਲੀ ਜਨੇਵਾ ਕਨਵੈਨਸ਼ਨ ਦੇ ਅਧੀਨ ਬਹੁਤ ਸਾਰੀ ਇਮਿਊਨਿਟੀਜ਼ ਹੁੰਦੀਆਂ ਨੇ। ਸੋ ਉਸ ਤੋਂ ਬਾਅਦ ਇੰਡੀਆ ਨੇ ਉਸ ਚੀਜ਼ ਦੇ ਉੱਤੇ ਵੀ ਜਿਹੜਾ ਹੈ ਇਤਰਾਜ਼ ਲਾਇਆ, ਕਿਉਂਕਿ ਇੱਥੇ ਇੰਡੀਅਨ ਡਿਪਲੋਮੈਟਸ ਦੀ ਪਿਕਚਰਸ ਲਾਈਆਂ ਗਈਆਂ ਸਨ ਜਿਹਦੇ 'ਚ ਕਿ ਹਰਦੀਪ ਸਿੰਘ ਨਿੱਜਰ ਜਿਹਦਾ ਕਤਲ ਹੋਇਆ ਉਹਦੇ ਬਾਰੇ ਗੱਲ ਕਹੀ ਗਈ ਸੀ ਕਿ ਇਹ ਡਿਪਲੋਮੈਟਸ ਇਨਵੋਲਵਡ ਨੇ ਅਸੈਸੀਨੇਸ਼ਨ ਦੇ 'ਚ, ਉਹਨਾਂ ਦਾ ਹੱਥ ਹੈ। ਪਰ ਜਦੋਂ ਇਹ ਆਵਾਜ਼ ਉੱਠੀ ਹੈਗੀ ਹੈ ਤਾਂ ਉਸ ਤੋਂ ਬਾਅਦ ਉਹ ਪਿਕਚਰਾਂ ਹੁਣ ਹਟਾ ਲਈਆਂ ਗਈਆਂ ਹੈਗੀਆਂ ਨੇ, ਜਿਹੜੇ ਪੋਸਟਰਸ ਲੱਗੇ ਸਨ ਗੁਰਦੁਆਰਾ ਸਾਹਿਬ ਦੇ ਬਾਹਰ। ਸੋ ਇਹ ਐਕਿਊਜ਼ੇਸ਼ਨਸ ਐਂਡ ਕਾਊਂਟਰ ਐਕਿਊਜ਼ੇਸ਼ਨਸ ਦਾ ਦੌਰ ਤਾਂ ਚੱਲਦਾ ਹੀ ਰਹੇਗਾ, ਅਤੇ ਉਸ ਦੇ ਵਿੱਚ ਕਨਕਲੂਸਿਵ ਐਵੀਡੈਂਸ ਜਦ ਤੱਕ, ਜਿਸ ਤਰ੍ਹਾਂ ਮੈਂ ਫਿਰ ਉਹੀ ਗੱਲ ਤੇ ਦੁਹਰਾਉਣਾ ਚਾਹਾਂਗਾ ਕਿ ਨਾਓ ਦਾ ਟਾਈਮ ਹੈਜ਼ ਕਮ, ਜੇਕਰ ਵਾਕਈ 'ਚ ਹੀ ਇਸ ਚੀਜ਼ ਨੂੰ ਹੁਣ ਕਹਿੰਦੇ ਨੇ ਸਿਰੇ ਲਾਣਾ ਹੈ ਤਾਂ ਫਿਰ ਉਹ ਐਵੀਡੈਂਸ ਲਿਆਉਣਾ ਪਏਗਾ ਤਾਂ ਕਿ ਭਾਰਤ ਨੂੰ ਉਹ ਸਬੂਤ ਦਿੱਤੇ ਜਾਣ ਕਿ ਜੀ ਤੁਹਾਡੇ ਜਿਸ ਤਰ੍ਹਾਂ CBC ਦਾ ਤੁਸੀਂ ਜ਼ਿਕਰ ਕੀਤਾ, ਸੋਰਸਿਸ ਦੇ ਥਰੂ ਪਤਾ ਲੱਗ ਰਿਹਾ ਕੁਝ ਰਿਕਾਰਡਿੰਗਸ ਹੈਗੀਆਂ ਨੇ ਜਾਂ ਕੁਝ ਹੋਰ ਐਵੀਡੈਂਸ ਹੈਗਾ। तो ये सरकारी पक्ष तो जब तक नहीं आंदा, मीडिया तो अपनी क्यास रही ला के अपने सोर्सेज के थ्रू ये सब कुछ पेश करता रहेगा, पर उसकी कोई वैल्यू नहीं होएगी, बिकॉज इट हैज कम फ्रॉम द प्राइम मिनिस्टर्स माउथ एट गवर्नमेंट लेवल, नॉट एट द टाइम के भी हुन क्यास रही हैं ते ਅਸੀਂ जुड़ जाइए ते मीडिया ਜਿਹੜਾ ਆਪਣੀ ਟ੍ਰਾਇਲ ਚਲਾਣੀ ਸ਼ੁਰੂ ਕਰ ਦੇ। ਠੀਕ ਹੈ। ਔਰ ਅੱਛਾ, ਇਹ ਤੁਹਾਡੀ ਗੱਲ ਤੋਂ ਮੈਨੂੰ ਅੰਦਾਜ਼ਾ ਹੋ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਖਾਲਿਸਤਾਨ ਦਾ ਨਾਮ ਲਿਆ ਹੈ, ਕਿਆ ਉਹ ਮੂਵਮੈਂਟ ਜਿਹੜੀ ਹੈ ਤੁਸੀਂ ਸਮਝਦੇ ਹੋ ਕਿ ਇੱਥੇ ਨਹੀਂ ਚੱਲਣੀ ਚਾਹੀਦੀ ਉਸ ਤਰ੍ਹਾਂ, ਜਾਂ ਉਹ ਸਟਰੈਂਥ ਨਾਲ ਨਹੀਂ ਚੱਲਣੀ ਚਾਹੀਦੀ, ਜਾਂ ਉਸ ਤਰ੍ਹਾਂ ਉਹਨਾਂ ਦਾ ਉਹਨਾਂ ਵੋਕਲ ਨਹੀਂ ਹੋਣਾ ਚਾਹੀਦਾ? ਕੀ ਤੁਹਾਡੀ ਆਪਣੀ ਓਪੀਨੀਅਨ ਇਸ ਬਾਰੇ? ਮੈਂ ਮਾਫੀ ਚਾਹਨਾ, ਥੋੜੀ ਇੰਟਰਨੈਟ ਦੇ ਵਿੱਚ ਸ਼ਾਇਦ ਕੁਝ ਕਮੀ ਸੀ, ਮੈਨੂੰ ਤੁਹਾਡੀ ਪੂਰੀ ਗੱਲ ਨਹੀਂ ਸਮਝ ਆਈ, ਦੁਬਾਰਾ ਕੈਨ ਯੂ ਰਿਪੀਟ? ਮੈਂ ਕਹਿ ਰਿਹਾ ਕਿ ਤੁਸੀਂ ਖਾਲਿਸਤਾਨ ਦਾ ਕਹਿ ਰਹੇ ਹੋ ਕਿ ਉਹਨਾਂ ਨੂੰ ਇੱਥੇ ਉਸ ਤਰ੍ਹਾਂ ਦੇ ਮਤਲਬ ਨਾਰੇ ਨਹੀਂ ਲਾਣੇ ਚਾਹੀਦੇ, ਵੋਕਲ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ। ਕਿਆ ਤੁਸੀਂ ਸਮਝਦੇ ਹੋ ਕਿ ਖਾਲਿਸਤਾਨ ਦੀ ਤਹਿਰੀਕ ਜਿਹੜੀ ਹੈ, ਖਾਲਿਸਤਾਨ ਮੂਵਮੈਂਟ ਜਿਹੜੀ ਹੈ, ਉਹਨਾਂ ਨੂੰ ਆਪਣੀ ਜਿਹੜੀ ਸਟ੍ਰੈਟਜੀ ਉਹਨੂੰ ਰੀਵਿਜ਼ਿਟ ਕਰਨਾ ਚਾਹੀਦਾ ਹੈ ਔਰ ਇਸ ਤਰ੍ਹਾਂ ਵੋਕਲ ਨਹੀਂ ਹੋਣਾ ਚਾਹੀਦਾ? ਜੀ ਮੈਂ ਨਹੀਂ ਕਿਹਾ ਕਿ ਉਹਨਾਂ ਨੂੰ ਨਹੀਂ ਲਾਣਾ ਚਾਹੀਦਾ, ਮੈਂ ਇਹ ਗੱਲ ਕਹੀ ਕਿ ਭਾਰਤ ਸਰਕਾਰ ਇਹ ਕਹਿ ਰਹੀ ਹੈਗੀ। ਸੋ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਇਹ ਕਹਿਣਾ ਹੈਗਾ, ਐਂਡ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਕੈਨੇਡਾ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਗੱਲ ਕਰਨ ਦਾ, ਸੋ ਹੋਣੀ ਚਾਹੀਦੀ ਹੈ। ਹੁਣ ਮਿਸਾਲ ਦੇ ਤੌਰ ਤੇ ਅਸੀਂ ਇੰਡੀਆ ਤੇ ਪਾਕਿਸਤਾਨ ਦੀ ਗੱਲ ਕਰ ਲਈਏ, ਇੰਡੀਆ ਹਮੇਸ਼ਾ ਹੀ ਪਾਕਿਸਤਾਨ ਤੇ ਦੋਸ਼ ਲਾਉਂਦਾ ਹੈ ਕਿ ਟੈਰਰਿਸਟ ਪਾਕਿਸਤਾਨ ਤੋਂ ਇੰਡੀਆ ਚਾਹੁੰਦੇ ਨੇ। ਪਾਕਿਸਤਾਨ ਕਹਿੰਦਾ ਜੀ ਬਲੂਚਿਸਤਾਨ ਵਿੱਚ ਜਿਹੜੀ ਮੂਵਮੈਂਟ ਹੈਗੀ ਉਸ ਨੂੰ ਇੰਡੀਆ ਹਵਾ ਦਿੰਦਾ ਹੈਗਾ। ਸੋ ਇਹ ਸਪੈਟ ਤਾਂ ਚੱਲਦੇ ਰਹਿੰਦੇ ਹੈਗੇ ਨੇ ਮੁਲਕਾਂ ਦੇ ਵਿੱਚ, ਲੇਕਿਨ ਉਹਨਾਂ ਮੁਲਕਾਂ ਤੇ ਇਸ ਮੁਲਕ 'ਚ ਇਹ ਫਰਕ ਹੈਗਾ ਕਿ ਇੱਥੇ ਅੰਡਰ ਦ ਫਰੀडम ਆਫ ਚਾਰਟਰ ਐਂਡ ਰਾਈਟਸ ਹਰ ਇੱਕ ਨੂੰ ਅਧਿਕਾਰ ਹੈ ਗੱਲ ਕਰਨ ਦਾ, ਬਟ ਪੀਸਫੁਲੀ। ਸੋ ਕੀ ਉਹ ਪੀਸਫੁਲੀ ਰਹਿੰਦੀ ਹੈ ਗੱਲ ਜਾਂ ਉਹ ਟਕਰਾਰ ਵਿੱਚ ਬਦਲਦੀ ਹੈ? ਉਹ ਪਿਛਲੇ ਕੁਝ ਸਮੇਂ ਤੋਂ ਟਕਰਾਰ, ਜਾਂ ਮੈਂ ਗੱਲ ਕਹਿ ਰਿਹਾ ਕਿ ਦੋਨਾਂ ਕਮਿਊਨਿਟੀਜ਼ ਦੇ ਵਿਚਕਾਰ ਜਿਹੜਾ ਵਧਦਾ ਨਜ਼ਰ ਆ ਰਿਹਾ, ਜਿਹੜਾ ਕਿ ਠੀਕ ਨਹੀਂ ਹੈਗਾ, ਇਹ ਮੈਂ ਕਿਹਾ ਹੈਗਾ। ਠੀਕ ਹੈ। ਅੱਛਾ, ਕਾਈਂਡਲੀ ਕਿਉਂਕਿ ਇੰਟਰਨੈਟ ਦੀ ਵਿੱਚ ਗੜਬੜ ਹੋ ਰਹੀ ਹੈ, ਤੇ ਅੱਛਾ ਮੈਨੂੰ ਇਹ ਦੱਸੋ ਕਿ ਪ੍ਰਾਈਮ ਮਿਨਿਸਟਰ ਟਰੂਡੋ ਨੇ ਕੁਝ ਦੇਰ ਪਹਿਲੇ ਚਾਈਨਾ ਦੇ ਨਾਲ ਜਿਹੜੇ ਤੁਹਾਨੂੰ ਪਤਾ ਜਿਹੜੇ ਮਾਮਲਾ ਚੱਲ ਰਹੇ ਸੀ, ਉਹਨਾਂ ਨੂੰ ਕਾਫੀ ਟੈਨਸ਼ਨ ਆ ਗਈ ਸੀ, ਤੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਸੋਚਿਆ ਕਿ ਅਸੀਂ ਆਪਣੀ ਪਾਲਿਸੀ ਨੂੰ ਸ਼ਿਫਟ ਕਰੀਏ ਟੁਵਰਡਸ ਇੰਡੀਆ, ਔਰ ਇੰਡੀਆ ਸੈਂਟਰਿਕ ਪਾਲਿਸੀਜ਼ ਨੂੰ ਲੈ ਕੇ ਚੱਲਣਾ ਸ਼ੁਰੂ ਕੀਤਾ। ਉਹਨਾਂ ਨੇ ਬੜੇ ਖੁਸ਼ ਸਨ, ਬੜੇ ਐਕਸਾਈਟਿਡ ਸਨ ਕਿ ਜੀ ਅਸੀਂ ਇੰਡੀਆ ਦੇ ਨਾਲ ਮਾਮਲਾਤ ਨੂੰ ਅੱਗੇ ਵਧਾਵਾਂਗੇ, ਔਰ ਇਹ ਜਿਹੜਾ ਹੁਣ ਮਾਮਲਾ ਸ਼ੁਰੂ ਹੋ ਗਿਆ, ਇਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਟਰੂਡੋ ਵਾਸਤੇ ਕਿਤਨਾ ਵੱਡਾ ਇਹ ਪਰਸਨਲ ਸੈਟਬੈਕ ਹੋਏਗਾ ਕਿ ਉਹ ਆਪਣੀ ਪਾਲਿਸੀ ਜਿਹੜੀ ਉਹਨਾਂ ਨੇ ਚਾਈਨਾ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਔਰ ਇੰਡੀਆ ਵੱਲ ਜਾ ਰਹੇ ਸਨ, ਉੱਥੋਂ ਉਹਨਾਂ ਨੂੰ ਫਿਰ ਵਾਪਸ ਆਉਣਾ ਪਏਗਾ ਔਰ ਇੰਡੀਆ ਨੂੰ ਛੱਡਣਾ ਪਏਗਾ। ਤਾਂ ਇਹ ਕਿੰਨਾ ਵੱਡਾ ਸੈਟਬੈਕ ਹੈ ਉਹਨਾਂ ਵਾਸਤੇ ਪਰਸਨਲੀ ਔਰ ਪੋਲੀਟੀਕਲੀ ਵੀ? ਜੀ ਅਨਫੋਰਚੂਨੇਟਲੀ ਜੀ ਇਹ ਕੈਨੇਡਾ ਵਾਸਤੇ ਬੜਾ ਵੱਡਾ ਸੈਟਬੈਕ ਹੈ, ਕਿਉਂਕਿ ਇੰਡੀਆ ਇੱਕ ਐਮਰਜਿੰਗ ਇਕੋਨਮੀ ਹੈਗੀ ਹੈ ਚਾਈਨਾ ਤੋਂ ਬਾਅਦ ਇਸ ਸਮੇਂ, ਬਲਕਿ ਚਾਈਨਾ ਨੂੰ ਇੰਡੀਆ ਬੀਟ ਕਰ ਗਿਆ ਐਸ ਫਾਰ ਐਸ ਪੋਪੂਲੇਸ਼ਨ ਇਜ਼ ਕੰਸਰਨਡ, ਤੇ ਇਕੋਨਮੀ ਵੀ ਬੜੀ ਜ਼ਿਆਦਾ ਸਕੋਪ ਹੈਗਾ ਕੈਨੇਡਾ ਤੇ ਇੰਡੀਆ ਦੇ ਬਿਹਤਰੀ ਟ੍ਰੇਡ ਰਿਲੇਸ਼ਨਸ ਦੇ ਵਿੱਚ। ਜਿਹੜੀਆਂ ਟ੍ਰੇਡ ਡੈਲੀਗੇਸ਼ਨਸ ਇੱਥੋਂ ਜਾਣੀਆਂ ਸਾਨੂੰ ਖਤਮ ਕਰ ਦਿੱਤੀਆਂ ਗਈਆਂ ਹੈਗੀਆਂ ਨੇ। ਕਿਹਾ ਜਾ ਰਿਹਾ ਤਕਰੀਬਨ $54 ਬਿਲੀਅਨ ਦੇ ਜਿਹੜੇ ਪੈਨਸ਼ਨ ਫੰਡਸ ਨੇ ਕੈਨੇਡਾ ਦੇ, ਉਹ ਇੰਡੀਆ 'ਚ ਇਨਵੈਸਟਡ ਹੈਗੇ ਨੇ। ਸੋ ਡੈਫੀਨੇਟਲੀ ਜਦੋਂ ਪੋਲੀਟੀਕਲ ਸਪੈਟ ਹੁੰਦਾ ਹੈ ਤਾਂ ਉਸਦੇ ਨਾਲ ਇਕਨੋਮੀਜ਼ ਜਿਹੜੀਆਂ ਨੇ ਉਹ ਗਰੋ ਨਹੀਂ ਕਰਦੀਆਂ ਉਸ ਹਿਸਾਬ ਨਾਲ। ਐਂਡ ਅਨਫੋਰਚੂਨੇਟਲੀ ਚਾਈਨਾ ਨਾਲ ਵੀ ਪੰਗਾ ਪੈ ਗਿਆ, ਇੰਡੀਆ ਨਾਲ ਵੀ ਪੰਗਾ ਪੈ ਗਿਆ, ਕੈਨੇਡਾ ਦਾ ਹੋਰ ਵੀ ਮੁਲਕਾਂ ਨਾਲ ਇਸ ਸਮੇਂ ਜੋ ਹੈ ਬਹੁਤ ਚੰਗੇ ਰਿਲੇਸ਼ਨਸ ਨਜ਼ਰ ਨਹੀਂ ਆ ਰਹੇ, which is a matter of great concern ਕਿ ਇਹ ਮੈਟਰਸ ਜਿਹੜੇ ਹੈਗੇ ਨੇ ਇਹਨਾਂ ਨੂੰ ਛੇਤੀ ਰਿਜ਼ੋਲਵ ਕਰਨ ਦੀ ਲੋੜ ਹੈਗੀ ਹੈ। ਬੈਠ ਕੇ ਦੇਖੋ, ਹਰ ਇੱਕ ਹੱਲ, ਕੋਈ ਵੀ ਸਮੱਸਿਆ ਹੋਏ ਉਸ ਦਾ ਹੱਲ ਇਸਰਾਰ ਸਾਹਿਬ ਇਹੀ ਹੈਗਾ ਕਿ ਬੈਠ ਕੇ ਗੱਲਬਾਤ ਕੀਤੀ ਜਾਏ ਤੇ ਉਸ ਨਾਲ ਹੱਲ ਲੱਭਿਆ ਜਾ ਸਕਦਾ ਹੈ, ਪਰ ਪੋਲੀਟੀਕਲ ਵਿਲ ਹੋਣੀ ਬਹੁਤ ਜ਼ਰੂਰੀ ਹੈਗੀ ਹੈ।
ਹੁਣ ਇੱਥੇ ਕੁਝ ਕੁਆਟਰਸ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਕਿ ਜੀ ਕਿਉਂਕਿ ਇਲੈਕਸ਼ਨਸ ਇੰਡੀਆ ਵਿੱਚ ਵੀ ਹੈਗੀਆਂ ਨੇ ਅਗਲੇ ਸਾਲ, ਕੈਨੇਡਾ 'ਚ ਵੀ ਇਲੈਕਸ਼ਨ ਛੇਤੀ ਆ ਰਹੀਆਂ ਨੇ, ਸੋ ਉਹਦੇ ਉੱਤੇ ਵੀ ਤੁਸੀਂ ਆਪ ਹੀ ਸੁਣਿਆ ਹੋਏਗਾ ਕਿ ਆਸਰਾਈਆਂ ਲੱਗ ਰਹੀਆਂ ਨੇ ਕਿ ਜੀ ਸ਼ਾਇਦ ਕਿਤੇ ਡੋਮੈਸਟਿਕ ਮੈਟਰਸ ਤੋਂ ਆਪਣੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਤਾਂ ਨਹੀਂ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ। ਵੋਟ ਬੈਂਕ ਪੋਲਿਟਿਕਸ ਚੱਲ ਰਹੀ ਹੈ ਜੀ। ਕੈਨੇਡਾ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਇਕਨੋਮੀ ਦਾ ਮਾੜਾ ਹਾਲ ਹੈ, ਲੋਕ ਜਿਹੜੇ ਨੇ ਤਰ੍ਹਾਂ ਕਰ ਰਹੇ ਨੇ, ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਹੈ, ਇਹਦੇ ਉੱਤੇ ਬਹੁਤ ਸਾਰਾ ਵਾਦ ਵਿਵਾਦ ਤੁਸੀਂ ਦੇਖਿਆ, ਪਾਰਲੀਮੈਂਟ ਵਿੱਚ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ। ਸਿਮਿਲਰਲੀ ਇੰਡੀਆ ਵਿੱਚ ਵੀ ਇਲੈਕਸ਼ਨਸ ਆ ਰਹੀਆਂ ਨੇ, ਉੱਥੇ ਆਪੋਜੀਸ਼ਨ ਪਾਰਟੀਜ਼ ਥੋੜੀ ਗੇਨ ਕਰ ਰਹੀਆਂ ਨੇ ਸਟਰੈਂਥ। ਇੰਡੀਆ ਨਾਂ ਦਾ ਇੱਕ ਉਹਨਾਂ ਨੇ ਗੱਠਜੋੜ ਕੀਤਾ ਜਿਹਦੇ ਸਾਰੀਆਂ ਆਪੋਜੀਸ਼ਨਸ ਜੁਆਇਨ ਕੀਤੀਆਂ ਨੇ। ਸੋ ਅਗੇਨ ਕਿਆ ਸਰਾਈਆਂ ਹੈਗੀਆਂ ਨੇ ਜਿਹਦੇ ਉੱਤੇ ਜੋ ਅਸੀਂ ਸੁਣਦੇ ਹਾਂ ਐਜ਼ ਮੀਡੀਆ, ਮਾਰਕੀਟ ਵਿੱਚ ਕੀ ਗੱਲਾਂ ਬਾਤਾਂ ਚੱਲ ਰਹੀਆਂ ਨੇ। ਸੋ ਇਹੋ ਜਿਹੇ ਵੀ ਤੱਥ ਚੱਲ ਰਹੇ ਨੇ, ਪਰ ਡੈਫੀਨੇਟਲੀ ਇਸ ਨਾਲ ਪੋਲੀਟੀਕਲ ਸੈਟਬੈਕ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਜੇ ਖਰਾਬ ਹੁੰਦੇ ਨੇ, ਦੋਨਾਂ ਮੁਲਕਾਂ ਨੂੰ ਨੁਕਸਾਨ ਹੈ। ਦੋਨੋਂ ਮੁਲਕ। ਅੱਛਾ, ਜ਼ਰਾ ਤੁਸੀਂ ਮੀਡੀਆ ਦੇ ਹਵਾਲੇ ਨਾਲ ਜ਼ਰਾ ਦੱਸਣਾ ਕਿ ਮੀਡੀਆ ਨੂੰ ਕਿਸ ਤਰ੍ਹਾਂ ਲੈ ਰਿਹਾ ਹੈ, ਤੁਹਾਡਾ ਲੋਕਲ ਮੀਡੀਆ ਵੀ ਔਰ ਨੈਸ਼ਨਲ ਮੀਡੀਆ ਵੀ ਇਸ ਸਟੋਰੀ ਨੂੰ ਕਿਸ ਤਰ੍ਹਾਂ ਲੈ ਰਿਹਾ, ਕਿਉਂਕਿ ਤੁਸੀਂ ਤੇ ਤਿੰਨਾਂ ਚੀਜ਼ਾਂ ਦੇ ਵਿੱਚ ਸ਼ਾਮਿਲ ਹੋ, ਤੁਸੀਂ ਰੇਡੀਓ ਵੀ ਕਰ ਰਹੇ ਹੋ, ਟੀਵੀ ਵੀ ਕਰ ਰਹੇ ਹੋ, ਪ੍ਰਿੰਟ ਵੀ ਕਰ ਰਹੇ ਹੋ, ਤੇ ਇਸ ਕੀ ਸੂਰਤ ਹਾਲ ਹੈ, ਮੀਡੀਆ ਨੂੰ ਕਿਸ ਤਰ੍ਹਾਂ ਟੇਕ ਅਪ ਕਰ ਰਿਹਾ ਜੀ? ਸਾਊਥ ਏਸ਼ੀਅਨ ਮੀਡੀਆ ਖਾਸ ਤੌਰ ਤੇ ਨੈਸ਼ਨਲ ਮੀਡੀਆ ਵੀ ਇਸ ਚੀਜ਼ ਨੂੰ ਚੁੱਕ ਰਿਹਾ ਕਾਫੀ, ਅਤੇ ਅਗੇਨ ਕਿਉਂਕਿ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ ਇੱਥੇ ਸਾਊਥ ਏਸ਼ੀਆ ਦੇ ਜਿਹੜੇ ਤੇ ਖਾਸ ਤੌਰ ਤੇ ਜਿਹੜੇ ਭਾਰਤ ਦੇ ਲੋਕ ਨੇ, ਜਦੋਂ ਹੁਣ ਵੀਜ਼ੇ ਕੈਂਸਲ ਹੋ ਗਏ ਨੇ, ਉਹ ਕੰਸਰਨਡ ਹੈਗੇ ਨੇ। ਜਿਹੜੇ ਲੋਕ ਟ੍ਰੇਡ ਕਰਦੇ ਨੇ ਇੰਡੀਆ ਨਾਲ, ਉਹਨਾਂ ਨੂੰ ਫਿਕਰ ਪਈ ਹੋਈ ਹੈ ਕਿ ਜੀ ਅੱਗੇ ਫਰਦਰ ਕੀ ਹੋਏਗਾ। ਇੱਥੇ ਕਾਫੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਹੜੀਆਂ ਕਿ ਟ੍ਰੇਡ ਡੈਲੀਗੇਟਸ ਲੈ ਕੇ ਜਾਂਦੀਆਂ ਨੇ ਇੰਡੀਆ, ਉਹ ਵੀ ਘਬਰਾਏ ਹੋਏ ਨੇ ਕਿ ਜੀ ਜੇਕਰ ਇਹੋ ਜਿਹੇ ਹਾਲਾਤ ਰਹੇ ਤਾਂ ਫਿਰ ਜਿਹੜੀਆਂ ਇਨਵੈਸਟਮੈਂਟਸ ਲੋਕਾਂ ਨੇ ਉੱਥੇ ਕੀਤੀਆਂ ਨੇ, ਜਾਂ ਉੱਥੋਂ ਇੱਥੇ ਆ ਕੇ ਡੈਲੀਗੇਟਸ ਆ ਕੇ ਬੈਟਰ ਰਿਲੇਸ਼ਨਸ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਟ੍ਰੇਡ ਵਾਸਤੇ, ਉਹਨਾਂ ਨੂੰ ਬਹੁਤ ਵੱਡੀ ਸੱਟ ਵੱਜਦੀ ਹੈਗੀ ਹੈ। ਸੋ ਮੀਡੀਆ ਦੇ ਵਿੱਚ ਇਹ ਦਿਨਾਂ ਤੋਂ ਬਹੁਤ ਗਰਮਾਇਆ ਹੋਇਆ ਹੈ। ਜਿਹੜੇ ਮੁੱਦਿਆਂ ਦੇ ਉੱਤੇ ਅਸੀਂ ਪਹਿਲਾਂ ਗੱਲ ਕਰ ਰਹੇ ਸਨ, ਜਿਵੇਂ ਕਿ ਇਨਫਲੇਸ਼ਨ ਦੀ ਜਾਂ ਮਹਿੰਗਾਈ ਦੀ, ਉਹ ਬੈਕ ਬਰਨਰ ਹੋ ਗਿਆ ਹੈ, ਤੇ ਇਹ ਮੁੱਦਾ ਜਿਹੜਾ ਹੈ ਹਰ ਇੱਕ ਰੇਡੀਓ ਸਟੇਸ਼ਨ ਤੇ, ਟੈਲੀਵਿਜ਼ਨ ਦੇ ਉੱਤੇ, ਪ੍ਰਿੰਟ ਮੀਡੀਆ ਦੇ ਵਿੱਚ ਇਹ ਕਾਫੀ ਮਕਬੂਲ ਹੋਇਆ ਪਿਆ, ਕਿਉਂਕਿ ਐਵਰੀਬਡੀ ਇਜ਼ ਟਾਕਿੰਗ ਅਬਾਊਟ ਦਿਸ ਓਨਲੀ। ਐਂਡ ਨੈਸ਼ਨਲ ਮੀਡੀਆ ਜਿਹੜਾ ਹੈਗਾ ਉਹ ਵੀ ਆਪਣੇ, ਜਿਸ ਤਰ੍ਹਾਂ ਤੁਸੀਂ ਸੀਬੀਸੀ ਦਾ ਜ਼ਿਕਰ ਕੀਤਾ, ਸੀਟੀਵੀ ਹੈਗਾ, ਗਲੋਬਲ ਨਿਊਜ਼ ਹੈਗੀ ਹੈ, ਇਹ ਵੀ ਸਾਰੇ ਇਹ ਮੁੱਦਿਆਂ ਨੂੰ ਅੱਗੇ ਲੈ ਕੇ ਆ ਰਹੇ ਨੇ, ਕਿਉਂਕਿ ਕੈਨੇਡੀਅਨ ਇਹ ਮੁੱਦਾ ਬਣ ਗਿਆ ਹੈ। ਕਿਉਂਕਿ ਜਦੋਂ ਇੱਕ ਕੈਨੇਡੀਅਨ ਸਿਟੀਜ਼ਨ ਦੀ ਮੌਤ ਹੋਈ ਹੈ ਤੇ ਦੇਸ਼ ਦੇ ਪ੍ਰਧਾਨ ਨੂੰ ਦੋਸ਼ ਲਾ ਦਿੱਤਾ ਗਿਆ ਭਾਰਤ ਦੇ ਉੱਤੇ, ਸੋ ਉਹ ਵੀ ਇਸ ਦੇ ਉੱਤੇ ਕਾਫੀ ਇੰਟਰਸਟ ਲੈ ਕੇ ਇਹਨਾਂ ਖਬਰਾਂ ਨੂੰ ਅੱਗੇ ਲੈ ਕੇ ਆ ਰਹੇ। ਤੇ ਕਿਆ ਕਮਿਊਨਿਟੀ ਥੋੜੀ ਜੀ ਉਹਦੇ ਅੰਦਰ ਕੋਈ ਇਨਸਿਕਿਉਰਿਟੀ ਫੀਲ ਹੋ ਰਹੀ ਤੁਹਾਨੂੰ, ਕਿ ਕਮਿਊਨਿਟੀ ਸੋਚ ਰਹੀ ਹੋਵੇ ਕਿ ਯਾਰ ਅਗਰ ਇਸ ਤਰ੍ਹਾਂ ਟਾਰਗੇਟ ਕਿਲਿੰਗ ਸ਼ੁਰੂ ਹੋ ਗਈ ਲੋਕਾਂ ਦੀ ਤੇ ਕੀ ਬਣੇਗਾ? ਕੋਈ ਇਨਸਿਕਿਉਰਿਟੀ ਲੋਕਾਂ ਦੀ ਫੀਲ ਹੋ ਰਹੀ ਤੁਹਾਨੂੰ? ਐਬਸੋਲੂਟਲੀ ਜੀ, ਲੋਕਾਂ ਵਿੱਚ ਇਨਸਿਕਿਉਰਿਟੀ ਹੈਗੀ ਹੈ, ਅਤੇ ਲੋਕ ਜਿਹੜੇ ਨੇ ਘਬਰਾਏ ਹੋਏ ਨੇ, ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਹੈਗਾ। ਅਤੇ ਉਸ ਦੇ ਵਿੱਚ ਜਦੋਂ ਡਰੱਗ ਦੀ ਵੀ ਅਸੀਂ ਗੱਲ ਕਰਦੇ ਹਾਂ ਜਾਂ ਡਰੱਗ ਗੈਂਗ ਵਾਇਲੈਂਸ ਦੀ ਗੱਲ ਕਰਦੇ ਹਾਂ, ਉਹ ਤਾਂ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਮੁੱਦਾ ਕਾਫੀ ਗਰਮਾਇਆ ਰਿਹਾ ਪਹਿਲੇ ਤੋਂ ਹੀ। ਜਦੋਂ ਪਰਸੋਂ ਵੀ ਕਿਲਿੰਗ ਹੋਈ ਉਸ ਉੱਤੇ, ਤੇ ਇੱਕ 29 ਸਾਲ ਦਾ ਨੌਜਵਾਨ ਕੁਕਿਟਲਮ, ਸਾਡੇ ਕੋਲ ਹੀ ਇੱਕ ਸ਼ਹਿਰ ਹੈ, ਉੱਥੇ ਮਾਰ ਦਿੱਤਾ ਗਿਆ। ਸੋ ਇਹ ਚੀਜ਼ਾਂ ਜਦੋਂ ਹੁੰਦੀਆਂ ਨੇ, ਇਹ ਘਬਰਾਹਟ ਕਮਿਊਨਿਟੀਜ਼ ਵਿੱਚ ਫੈਲਾਉਂਦੀਆਂ ਨੇ। ਐਂਡ ਕਾਨੂੰਨ ਵਿਵਸਥਾ ਦੇ ਉੱਤੇ ਇੱਥੇ ਗੱਲਬਾਤ ਚੱਲ ਰਹੀ ਕਿ ਕਾਨੂੰਨ ਇੱਥੇ ਸਖਤ ਨਹੀਂ ਹੈਗਾ, ਕਾਨੂੰਨ ਸਖਤ ਹੋਣਾ ਚਾਹੀਦਾ ਹੈ ਤਾਂ ਕਿ ਥੋੜਾ ਜਿਹਾ ਡਰ ਜਿਹੜਾ ਉਹ ਹੋਵੇ। ਕੁਝ ਰਿਪੋਰਟਸ ਪਹਿਲਾਂ ਵੀ ਆਈਆਂ ਸਨ ਇਸਰਾਰ ਸਾਹਿਬ, ਜਿਹਦੇ 'ਚ ਕਿ ਇਹ ਕਿਹਾ ਜਾ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਜਿਸ ਤਰੀਕੇ ਦੀ ਸਾਡੀ ਓਪਨ ਇਮੀਗ੍ਰੇਸ਼ਨ ਪਾਲਿਸੀ ਹੋਈ, ਉਹਦੇ ਨਾਲ ਬਹੁਤ ਸਾਰੇ ਐਸੇ ਲੋਕ ਇੱਥੇ ਆ ਰਹੇ ਨੇ ਜਿਹੜੇ ਕਿ ਆਪਣੇ ਮੁਲਕਾਂ ਦੇ ਵਿੱਚ ਵੀ ਉਹਨਾਂ ਦੇ ਪੁਲਿਸ ਵਾਰੰਟਸ ਹੈਗੇ ਨੇ। ਸੋ ਇਹ ਚੀਜ਼ਾਂ ਜਦੋਂ ਇਹੋ ਜਿਹੀਆਂ ਆਉਂਦੀਆਂ ਨੇ ਬਾਹਰ, ਤਾਂ ਫਿਰ ਚਿੰਤਾ ਤਾਂ ਵੱਧਦੀ ਹੈ। ਉਹ ਭਾਵੇਂ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, ਈਸਾਈ ਹੋਏ, ਐਜ਼ ਕੈਨੇਡੀਅਨਸ ਹਰ ਇੱਕ ਥੋੜਾ ਜਿਹਾ ਖੌਫ ਦੇ ਇਸ ਮਾਹੌਲ ਵਿੱਚ ਰਹਿ ਰਿਹਾ ਗਿਆ। ਕੁਝ ਇਨਸੀਡੈਂਟਸ ਵੀ ਐਸੇ ਇੱਕ ਦੋ ਹੋਏ ਨੇ ਜਿਹਦੇ 'ਚ ਕਿ ਗੱਲਾਂ ਬਾਹਰ ਆਈਆਂ ਨੇ ਕਿ ਕੁਝ ਕਾਲਜਿਸ ਦੇ ਵਿੱਚ ਕੁਝ ਨੌਜਵਾਨ ਜਿਹੜੇ ਸਾਡੇ ਹਿੰਦੂ ਭਰਾ ਹੈਗੇ ਨੇ, ਉਹਨਾਂ ਦੇ ਬੱਚੇ ਜਦੋਂ ਉੱਥੇ ਪੜ੍ਹਨ ਗਏ ਤੇ ਉਹਨਾਂ ਨਾਲ ਵੀ ਥੋੜਾ ਜਿਹਾ ਮਿਸਟਰੀਟ ਉਹਨਾਂ ਨੂੰ ਕੀਤਾ ਗਿਆ। ਕੱਲ ਇੱਕ ਰਿਪੋਰਟ ਆਈ, ਮਾਲ ਦੇ ਵਿੱਚ ਇੱਕ ਹਿੰਦੂ ਲੇਡੀ ਨਾਲ ਕੁਝ ਨੌਜਵਾਨਾਂ ਨੇ ਆ ਕੇ ਬਦਤਮੀਜ਼ੀ ਕੀਤੀ। ਸੋ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ। ਇਹ ਉਹੀ ਆਪਣੇ ਮੁਲਕਾਂ ਜੋ ਚੱਲ ਰਿਹਾ ਸੀ, ਜਿਸ ਤਰ੍ਹਾਂ ਪਹਿਲਾਂ ਵੀ ਤੁਹਾਨੂੰ ਕਿਹਾ, ਜਦੋਂ ਇੱਥੇ ਆ ਜਾਏਗਾ ਤਾਂ ਇਨਸਿਕਿਉਰਿਟੀ ਵਧੇਗੀ, ਜੋ ਕਿ ਸਹੀ ਨਹੀਂ ਹੈਗਾ। ਠੀਕ। ਅੱਛਾ, ਆਖਿਰੀ ਸਿਰਫ ਮੈਂ ਇੱਕ ਕੁਐਸਚਨ ਪੁੱਛਣਾ ਚਾਹਾਂਗਾ ਕਿ ਪ੍ਰਾਈਮ ਮਿਨਿਸਟਰ ਟਰੂਡੋ ਨੇ ਜਦੋਂ ਇਹ ਗੱਲ ਕੀਤੀ ਸੀ, ਉਸ ਤੋਂ ਬਾਅਦ ਇੱਕ ਮੀਡੀਆ ਦੇ ਵਿੱਚ ਵੀ ਗੱਲ ਆਈ ਸੀ ਕਿ ਵੈਸਟਰਨ ਕੰਟਰੀਜ਼ ਦੀ ਤਰਫੋਂ ਉਹਨਾਂ ਨੂੰ ਕੋਈ ਖਾਸ ਰਿਸਪੌਂਸ ਨਹੀਂ ਮਿਲਿਆ, ਲੇਕਿਨ ਹੁਣ ਤੇ ਅਮਰੀਕਾ ਦੀ ਤਰਫੋਂ ਜੇਕ ਸੈਲਵਨ ਵਗੈਰਾ ਨੇ ਸਾਫ਼ ਕਹਿ ਦਿੱਤਾ ਜੀ ਕਿ ਸਾਨੂੰ ਬੜਾ ਕੰਸਰਨ ਹੈ ਔਰ ਅਸੀਂ ਚਾਹਾਂਗੇ ਕਿ ਕੈਨੇਡਾ ਦੇ ਜਿਹੜੇ ਰਿਜ਼ਰਵੇਸ਼ਨਸ ਨੇ ਉਹਨਾਂ ਦੇ ਉੱਤੇ ਇੰਡੀਆ ਕੋਆਪਰੇਟ ਕਰੇ। ਤੇ ਤੁਸੀਂ ਸਮਝਦੇ ਹੋ ਕਿ ਅਮਰੀਕਾ ਦੇ ਨਾਲ ਮਿਲਣ ਦੇ ਤੋਂ ਜਸਟਿਨ ਟਰੂਡੋ ਦੀ ਜਿਹੜੀ ਇੱਕ ਗੱਲਬਾਤ ਸੀ ਉਹਦੇ 'ਚ ਕਾਫੀ ਵੇਟੇਜ ਨਜ਼ਰ ਆ ਰਿਹਾ ਹੈ ਔਰ ਉਹਦਾ ਅਸਰ ਵੀ ਹੋਏਗਾ ਇੰਡੀਆ ਦੇ ਉੱਤੇ ਸ਼ਾਇਦ? ਦੇਖੋ, ਇਸ ਤਰ੍ਹਾਂ ਹੈਗਾ ਕਿ
ਵੈਸਟਰਨ ਡੈਮੋਕ੍ਰੇਸੀਜ਼ ਦੀ ਇਹੀ ਖੂਬਸੂਰਤੀ ਹੈਗੀ ਹੈ ਕਿ ਇਹ ਮੁਲਕਾਂ ਦੇ ਵਿੱਚ ਟਰਾਂਸਪੇਰੈਂਸੀ ਹੈਗੀ ਹੈ, ਓਪਨਨੈਸ ਹੈਗੀ ਹੈ ਤੇ ਰੂਲ ਆਫ ਲਾਅ ਨੂੰ ਇਹ ਤਰਜੀਹ ਦਿੰਦੇ ਨੇ। ਕਿ ਸਾਡੇ ਮੁਲਕਾਂ ਦੇ ਵਿੱਚ ਜਿੱਥੋਂ ਅਸੀਂ ਆਏ ਉੱਥੇ ਇਹਨਾਂ ਚੀਜ਼ਾਂ ਨੂੰ ਕੋਈ ਬਹੁਤੀ ਅਹਿਮੀਅਤ ਦਿੱਤੀ ਨਹੀਂ ਜਾਂਦੀ। ਹਾਂ, ਲਫ਼ਜ਼ੀ ਤੌਰ ਤੇ ਬਹੁਤ ਕੁਝ ਕਿਹਾ ਜਾਂਦਾ ਹੈ, ਬਟ ਜੇਕਰ ਅਸੀਂ ਕਹੀਏ ਕੰਕਰੀਟ ਉਹਦੇ ਉੱਤੇ ਬਹੁਤ ਫੋਕਸ ਨਹੀਂ ਹੁੰਦਾ। ਹੁਣ ਜਦੋਂ ਇਹ ਗੱਲਬਾਤ ਬਾਕੀ ਮੁਲਕਾਂ ਨਾਲ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੱਲਬਾਤ ਕੀਤੀ, ਆਸਟ੍ਰੇਲੀਆ ਨਾਲ, ਜਰਮਨੀ ਨਾਲ, ਇਟਲੀ ਨਾਲ, G7 ਦੇ ਮੁਲਕਾਂ ਨਾਲ, G20 ਦੇ ਮੁਲਕਾਂ ਦੇ ਵਿੱਚ ਕਹੀ ਜਾ ਰਹੀ ਹੈ ਗੱਲਬਾਤ ਹੋਈ, ਪਰ ਅਮਰੀਕਾ ਵੱਲੋਂ ਜਿਸ ਤਰੀਕੇ ਦੀ ਸਪੋਰਟ ਮਿਲੀ ਹੈਗੀ ਹੈ, ਇਟ ਆਲ ਡਿਪੈਂਡਸ ਕਿ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਅੱਗੇ ਲੈ ਕੇ ਆਉਂਦੇ ਨੇ। ਕੀ ਇਹ ਐਕੁਜ਼ੀਸ਼ਨਸ ਹੀ ਚਲਦੀਆਂ ਰਹਿਣਗੀਆਂ ਜਾਂ ਉਹ ਐਵੀਡੈਂਸ ਜਿਸ ਦੇ ਬਾਰੇ ਅਸੀਂ ਸ਼ੁਰੂਆਤ ਤੋਂ ਗੱਲ ਕਰ ਰਹੇ ਹਾਂ ਉਸ ਨੂੰ ਪੇਸ਼ ਕੀਤਾ ਜਾਏਗਾ। ਭਾਰਤ ਇਸ ਸਮੇਂ ਇੱਕ ਸਟਰੋਂਗ ਇਕੋਨਮੀ ਬਣ ਚੁੱਕੀ ਹੈਗੀ ਹੈ। ਭਾਰਤ ਹੁਣ ਉਹ ਪੁਰਾਣਾ ਭਾਰਤ ਨਹੀਂ ਰਿਹਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਗੇ ਆ, ਉਹਨਾਂ ਨੇ ਬਾਕੀ ਮੁਲਕਾਂ ਨਾਲ G7 ਵੀ ਜਾ ਕੇ ਉਹਨਾਂ ਨਾਲ ਲੀਡਰਸ ਨਾਲ ਇੱਕ ਰਿਸ਼ਤਾ ਕਾਇਮ ਕੀਤਾ ਹੈ। ਸੋ ਐਜ਼ ਅ ਮੈਟਰ ਆਫ ਫੈਕਟ ਆਈ ਵੁੱਡ ਸੇ ਕਿ ਹੁਣ ਅਮਰੀਕਾ ਦਾ ਇਹ ਕਹਿ ਦੇਣਾ ਕੈਨੇਡਾ ਦੇ ਨਾਲ ਅਸੀਂ ਹੈਗੇ ਹਾਂ, ਇੱਕ ਚੰਗੀ ਗੱਲ ਹੈਗੀ ਹੈ ਕਿ ਕੋਈ ਵੀ ਡੈਮੋਕ੍ਰੇਸੀ ਜਿਹੜੀ ਹੈਗੀ ਹੈ ਆਪਣੇ ਆਪ ਨੂੰ ਚੰਗਾ ਬਣਾਉਣਾ ਚਾਹੁੰਦੀ ਤਾਂ ਰੂਲ ਆਫ ਲਾਅ ਨੂੰ ਤਰਜੀਹ ਦੇਣੀ ਪਏਗੀ। ਪਰ ਇਸ ਦਾ ਭਾਰਤ ਤੇ ਕੀ ਅਸਰ ਪੈਂਦਾ ਹੈ? ਅਮਰੀਕਾ ਦੇ ਕਹਿਣ ਨਾਲ ਨਹੀਂ ਫਰਕ ਪਏਗਾ ਜੇਕਰ ਕੋਈ ਐਵੀਡੈਂਸ ਜਿਹੜਾ ਅੱਗੇ ਲਿਆਇਆ ਜਾਂਦਾ ਹੈ ਉਸ ਨਾਲ ਭਾਰਤ ਉਸ ਨੂੰ ਜੋ ਵੀ ਹੁੰਦਾ ਹੈ ਕੁਝ ਦਿਨਾਂ 'ਚ ਸਾਡੇ ਤੱਕ ਗੱਲ ਆ ਜਾਏਗੀ ਕਿ ਕੀ ਵਾਕਿਆ 'ਚ ਜਸਟਿਨ ਟਰੂਡੋ ਸਾਹਿਬ ਪਾਰਲੀਮੈਂਟ ਵਿੱਚ ਇਸ ਚੀਜ਼ ਨੂੰ ਪੇਸ਼ ਕਰਦੇ ਨੇ ਜਾਂ ਇਸੇ ਤਰੀਕੇ ਨਾਲ ਗੱਲਬਾਤ ਚਲੀ ਜਾਏਗੀ। ਸੋ ਉਸੇ ਹਿਸਾਬ ਨਾਲ ਮੈਂ ਸਮਝਦਾ ਭਾਰਤ ਦਾ ਵੀ ਰਿਐਕਸ਼ਨ ਹੋਏਗਾ। ਅਮਰੀਕਾ ਦੇ ਕਿਸੇ ਸਪੋਕਸਪਰਸਨ ਵੱਲੋਂ ਇਹ ਗੱਲ ਕਹਿ ਦੇਣੀ ਜਾਂ ਕਿਸੇ ਹੋਰ ਮੁਲਕ ਦੇ ਸਪੋਕਸਪਰਸਨ ਵੱਲੋਂ ਇਹ ਗੱਲ ਕਹਿ ਦੇਣੀ, ਉਹਦੀ ਅਹਿਮੀਅਤ ਮੇਰੇ ਹਿਸਾਬ ਨਾਲ ਕੋਈ ਬਹੁਤੀ ਨਹੀਂ ਹੋਏਗੀ ਜਦ ਤੱਕ ਉਹ ਸਟਰੋਂਗ ਐਵੀਡੈਂਸ ਨਹੀਂ ਆਉਂਦਾ ਤੇ ਕੈਨੇਡਾ ਇੰਡੀਆ ਦੇ ਨਾਲ ਡਾਇਰੈਕਟਲੀ ਇਸ ਚੀਜ਼ ਨੂੰ ਸ਼ੇਅਰ ਕਰਦਾ ਹੈ। ਕਿਉਂਕਿ ਉਹ ਸਮਾਂ ਗਿਆ ਕਿ ਜਦੋਂ ਇੰਟਰਨੈਸ਼ਨਲ ਪ੍ਰੈਸ਼ਰ ਪਏਗਾ ਤੇ ਕੋਈ ਮੁਲਕ ਜਿਹੜਾ ਅੱਗੇ ਆ ਕੇ ਗੱਲਬਾਤ ਕਰ ਲੇਗਾ। ਪਾਕਿਸਤਾਨ ਇਜ਼ ਅ ਪ੍ਰਾਈਮ ਐਗਜ਼ਾਮਪਲ, ਤੁਸੀਂ ਦੇਖਿਆ ਉੱਥੇ ਕਿ ਉੱਥੇ ਵੀ ਬੜੀ ਗੱਲਾਂ ਚੱਲ ਰਹੀਆਂ ਸਨ ਕਿ ਜੀ ਬਾਹਰਲੇ ਮੁਲਕਾਂ ਦੀ ਤਾਕਤਾਂ ਜਿਹੜੀਆਂ ਹੈਗੀਆਂ ਨੇ ਇਮਰਾਨ ਖਾਨ ਨੂੰ ਕੱਢਣ ਦੇ ਵਿੱਚ ਕਾਮਯਾਬ ਹੋਈਆਂ ਨੇ। ਸੋ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ, ਕੋਈ ਨਵੀਆਂ ਨਹੀਂ ਹੈਗੀਆਂ। ਇਹ ਡੈਮੋਕ੍ਰੇਸੀਜ਼ ਦੇ ਵਿੱਚ, ਇਹ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਇੱਕ ਨਾਰਮਲ ਅਫੇਅਰ ਹੈਗਾ। ਬਟ ਨਾਓ ਥਿੰਗਸ ਹੈਵ ਗੋਨ ਆਊਟ ਆਫ ਦਵਸ। ਹੁਣ ਤੇ ਕਹਿੰਦੇ ਨੇ ਜੀ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈਗੀ ਹੈ ਤੇ ਉਸ ਬਿੱਲੀ ਨੂੰ ਬਾਹਰ ਲਿਆ ਪ੍ਰਧਾਨ ਜਸਟਿਨ ਟਰੂਡੋ ਸਾਹਿਬ ਨੂੰ ਉਹ ਐਵੀਡੈਂਸ ਪ੍ਰੋਡਿਊਸ ਕਰਨਾ ਪਏਗਾ, ਤਦ ਹੀ ਭਾਰਤ ਦਾ ਸਹੀ ਰਿਐਕਸ਼ਨ ਜਿਹੜਾ ਵੀ ਹੋਏਗਾ ਉਹ ਦੇਖਣ ਨੂੰ ਮਿਲੇਗਾ, ਉਹ ਪਤਾ ਚਲੇਗਾ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ। ਸਾਡੀ ਦੁਆਵਾਂ ਨੇ ਕਿ ਮਾਮਲਾ ਜਿਹੜੇ ਨੇ ਪੀਸਫੁਲੀ ਹੱਲ ਹੋ ਜਾਣ ਔਰ ਜਿਹੜੀ ਟੈਨਸ਼ਨ ਕਮਿਊਨਿਟੀ ਦੇ ਵਿੱਚ ਫੀਲ ਹੋ ਰਹੀ ਹੈ ਉਹ ਵੀ ਖਤਮ ਹੋਏ ਔਰ ਲੋਕਾਂ ਦਾ ਵੀਜ਼ਾ ਜਿਹੜਾ ਉਹ ਵੀ ਠੀਕ ਹੋਣ, ਲੋਕ ਆਪਣੇ ਆਪਣੇ ਮੁਲਕਾਂ ਜਿੱਥੇ ਜਾਣਾ ਚਾਹੁੰਦੇ ਨੇ ਜਾ ਸਕਣ ਔਰ ਸਭ ਮਾਮਲਾ ਜਿਹੜੇ ਅੱਛੇ ਤਰੀਕੇ ਨਾਲ ਹੱਲ ਹੋ ਜਾਣ। ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਨਾਲ ਇਨਸ਼ਾਅੱਲਾ ਰਾਬਤਾ ਰਹੇਗਾ ਔਰ ਵੈਂਕੂਵਰ ਆਏ ਤੇ ਤੁਹਾਡੇ ਨਾਲ ਗੱਪਸ਼ਪ ਵੀ ਹੋਏਗੀ ਜੀ ਇਨਸ਼ਾਅੱਲਾ। ਜੀ ਆਇਆਂ ਜੀ, ਮੋਸਟ ਵੈਲਕਮ। ਐਂਡ ਅਖੀਰ ਦੇ ਵਿੱਚ ਮੈਂ ਸਿਰਫ ਇਸਰਾਰ ਸਾਹਿਬ ਇੱਕੋ ਹੀ ਗੱਲ ਕਰਾਂਗਾ ਕਿ ਕੈਨੇਡਾ 'ਚ ਅਸੀਂ ਵੱਖਰੇ ਵੱਖਰੇ ਦੇਸ਼ਾਂ ਤੋਂ ਇੱਥੇ ਆ ਕੇ ਵਸ ਰਹੇ ਹੈਗੇ ਹਾਂ। ਸਾਡੀਆਂ ਜਿਹੜੀਆਂ ਡੋਮੈਸਟਿਕ ਪੋਲਿਟਿਕਸ ਹੈਗੀਆਂ ਨੇ ਦੇਸ਼ਾਂ ਦੀਆਂ, ਉਹ ਸਾਡੇ ਦੇ ਵਿੱਚੋਂ ਟਕਰਾਰ ਬਣਨ ਦਾ ਕਾਰਨ ਨਹੀਂ ਬਣਨੀਆਂ ਚਾਹੀਦੀਆਂ। ਸਾਡਾ ਇਸ ਸਮੇਂ ਮੁੱਖ ਫਰਜ਼ ਇਹ ਹੋਣਾ ਚਾਹੀਦਾ ਕਿ ਅਸੀਂ ਆਪਣੀ ਆਉਣ ਵਾਲੀ ਪਨੀਰੀ ਵਾਸਤੇ ਇੱਕ ਸੁਨਹਿਰਾ ਕੱਲ ਜਿਹੜਾ ਉਹ ਕ੍ਰੀਏਟ ਕਰੀਏ। ਅੱਜ ਡਰੱਗਸ ਦੀ ਪ੍ਰੋਬਲਮ, ਅਨਇੰਪਲੋਇਮੈਂਟ ਦੀ ਪ੍ਰੋਬਲਮ, ਅੱਜ ਗੈਂਗ ਦੀ ਪ੍ਰੋਬਲਮ ਇਹ ਬਹੁਤ ਜ਼ਿਆਦਾ ਫੈਲਦੀ ਜਾ ਰਹੀ ਹੈ। ਸੋ ਉਸ ਦੇ ਵਿੱਚ ਜਿੰਨਾ ਵੀ ਅਸੀਂ ਯਤਨ ਬਣਾਈਏ, ਕਿਉਂਕਿ ਕੈਨੇਡਾ ਹੁਣ ਸਾਡਾ ਆਪਣਾ ਮੁਲਕ ਹੈਗਾ, ਸੋ ਜਿੰਨਾ ਵੀ ਅਸੀਂ ਇਸ ਨੂੰ ਬਿਹਤਰ ਕਰ ਸਕੀਏ ਉਸ ਵੱਲ ਜ਼ਰੂਰ ਧਿਆਨ ਦਈਏ। ਹਾਂ, ਇਹ ਸਾਡੀਆਂ ਐਫੀਲੀਏਸ਼ਨਸ ਹੈਗੀਆਂ ਨੇ ਜਿਹੜੇ ਮੁਲਕਾਂ ਤੋਂ ਅਸੀਂ ਆਏ ਹਾਂ, ਬਿਲਕੁਲ ਹੋਣੀਆਂ ਚਾਹੀਦੀਆਂ ਹੈਗੀਆਂ ਨੇ, ਪਰ ਉਹਨਾਂ ਦੇ ਕਾਰਨ ਕਿਉਂਕਿ ਪੋਲਿਟਿਕਸ ਜਿਹੜੀ ਹੈਗੀ ਹੈ, ਇੱਕ ਗੰਦੀ ਪੋਲਿਟਿਕਸ ਜਿਹੜੀ ਹੈਗੀ ਹੈ, ਉਹ ਸਾਡੇ ਤੇ ਭਾਰੂ ਹੋ ਜਾਏ ਜਿਸ ਨਾਲ ਕਿ ਆਪਸ ਟਕਰਾਰ ਵਧੇ, ਉਹ ਠੀਕ ਨਹੀਂ ਹੋਏਗਾ ਸਾਰੇ ਕੈਨੇਡੀਅਨਸ ਵਾਸਤੇ। ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਠੀਕ ਕਿਹਾ ਤੁਸੀਂ। ਮੈਂ ਤੁਹਾਡੇ ਨਾਲ ਐਗਰੀ ਕਰਦਿਆਂ ਹੋਇਆ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ ਕਿਉਂਕਿ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਔਰ ਬੜੀ ਆਪਟਿਮਿਸਟਿਕ ਔਰ ਪੋਜ਼ਿਟਿਵ ਨੋਟ ਦੇ ਉੱਤੇ ਤੁਸੀਂ ਗੱਲ ਨੂੰ ਖਤਮ ਕੀਤਾ ਹੈ। ਬਹੁਤ ਬਹੁਤ ਸ਼ੁਕਰੀਆ। ਇਨਸ਼ਾਅੱਲਾ ਤੁਹਾਡਾ ਨਾਲ ਰਾਬਤਾ ਰਹੇਗਾ ਜੀ। ਥੈਂਕ ਯੂ ਵੈਰੀ ਮਚ ਐਂਡ ਸੀ ਯੂ ਸੂਨ। ਥੈਂਕ ਯੂ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਬੈਸਟ ਵਿਸ਼ੇਸ। ਥੈਂਕ ਯੂ।